ਮੈਂ ਗੁਰਚਰਨਜੀਤ ਸਿੰਘ ਲਾਂਬਾ ਅੱਜ ਨਿਊਯਾਰਕ ਦੇ ਵਿੱਚ ਪਟਿਆਲਾ ਘਰਾਣੇ ਦੇ ਸ਼ਾਹੀ ਖਾਨਦਾਨ ਦੇ ਰਾਜਾ ਮਰਗਿੰਦਰਾ ਸਿੰਘ ਜੀ ਜਿਹੜੇ ਸੰਗੀਤ ਔਰ ਗਿਆਨ ਦੇ ਭੰਡਾਰ ਹਨ, ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦਾ ਇੰਟਰਵਿਊ ਰਿਕਾਰਡ ਕਰਨ ਲਈ ਆਏ ਹਾਂ ਤਾਂ ਕਿ ਉਹ ਜਿਹੜਾ ਉਹਨਾਂ ਦੇ ਕੋਲ ਗਿਆਨ ਇਕੱਠਾ ਕੀਤਾ ਹੈ ਉਸ ਦੇ ਵਿੱਚੋਂ ਅਸੀਂ ਕੁਝ ਟੂਕ ਮਾਤਰ ਲੈ ਕੇ ਆਪਣੇ ਦਰਸ਼ਕਾਂ ਔਰ ਸਰੋਤਿਆਂ ਦੇ ਨਾਲ ਸਾਂਝਾ ਕਰ ਸਕੀਏ। ਔਰ ਇਹ ਇੰਟਰਵਿਊ ਦੇ ਬਾਅਦ ਤੁਸੀਂ ਵੇਖੋਗੇ ਕਿ ਉਹ ਕਿਤਨਾ ਕੀਮਤੀ ਖਜ਼ਾਨਾ ਹੈ ਜਿਹੜਾ ਉਹ ਸਾਂਭੀ ਬੈਠੇ ਹਨ। ਹਜ਼ਾਰਾਂ ਹੀ ਕਿਤਾਬਾਂ, ਹਜ਼ਾਰਾਂ ਹੀ ਪੁਸਤਕਾਂ, ਸੰਗੀਤ ਦੇ ਉਹ ਨਾਯਾਬ ਉਹਨਾਂ ਦੇ ਕੋਲ ਜਿਹੜੇ ਸਾਜ਼ ਹਨ, ਜਿਹੜੇ ਉਹਨਾਂ ਦੇ ਕੋਲ ਸਾਂਭੇ ਪਏ ਹਨ ਔਰ ਜਿਨ੍ਹਾਂ ਨੂੰ ਵਰਤਦੇ ਹਨ। ਕਈ ਕਿਤਾਬਾਂ ਦੇ ਲਿਖਾਰੀ ਔਰ ਗਿਆਨ ਦੇ ਇਤਨਾ ਜਿਹੜਾ ਉਹਨਾਂ ਕੋਲ ਭੰਡਾਰ ਹੈ, ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ ਔਰ ਗੁਰਮਤ ਦੇ ਬਾਰੇ ਜਿਹੜੀ ਉਹ ਜਾਣਕਾਰੀ ਹੈ, ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲਵਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਲਈ ਸਾਡੇ ਲਈ ਬਹੁਤ ਹੀ ਪ੍ਰਸੰਨਤਾ ਦੀ ਗੱਲ ਹੈ ਕਿ ਸਾਡੇ ਨਾਲ ਬਹੁਤ ਹੀ ਮਾਇਆ ਨਾਲ ਹਸਤੀ ਔਰ ਜਿਨ੍ਹਾਂ ਦੇ ਉੱਤੇ ਅਸੀਂ ਮਾਣ ਕਰ ਸਕਦੇ ਹਾਂ ਔਰ ਅਤਕਥਨੀ ਨਹੀਂ ਹੋਵੇਗੀ, ਕੋਈ ਲਫ਼ਜ਼ ਨਹੀਂ ਹਨ ਕਿ ਗਿਆਨ ਦਾ ਸਾਗਰ ਜਿਸ ਨੂੰ ਕਹਿ ਲਿਆ ਜਾਏ ਕਿ ਸੁਣਨਾ ਹੀ ਸਕਾਰਤ ਹੈ, ਉਸ ਨੂੰ ਅਸੀਂ ਸੁਣ ਸਕੀਏ, ਫਿਰ ਸਹਿਜੇ ਸਹਿਜੇ ਸਮਝ ਸਕੀਏ ਔਰ ਫਿਰ ਉਸ ਨੂੰ ਲਾਗੂ ਕਰ ਸਕੀਏ। ਸੋ ਸਰ ਮਰਗਿੰਦਰਾ ਸਿੰਘ ਜੀ, ਰਾਜਾ ਮਰਗਿੰਦਰਾ ਸਿੰਘ ਜੀ ਸਾਡੇ ਨਾਲ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਰਾਜਾ ਸਾਹਿਬ, ਅੱਜ ਅਸੀਂ ਸਾਡਾ ਮੰਤਵਤਾ ਹੈ ਕਿ ਗੁਰਬਾਣੀ ਨੂੰ, ਗੁਰਮਤ ਨੂੰ ਔਰ ਖਾਸ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਬਾਰੇ ਅਸੀਂ ਗੱਲ ਕਰਨੀ ਚਾਹਾਂਗੇ। ਕੁਛ ਜਿਹੜੇ ਉਹਦੇ ਬਾਰੇ ਨੁਕਤੇ ਉਠਾਏ ਜਾਂਦੇ ਹਨ, ਕਿਉਂਕਿ ਜੋ ਇੱਕ ਗੱਲ ਤਾਂ ਸਪਸ਼ਟ ਹੈ ਕਿ ਸਿੱਖ ਨੂੰ ਸਿੱਖ ਬਣਾਉਣ ਲਈ, ਸਿੱਖ ਨੂੰ ਸਿੱਖ ਕਾਇਮ ਰੱਖਣ ਲਈ ਜੇ ਪੰਜ ਬਾਣੀਆਂ ਦੀ ਗੱਲ ਕੀਤੀ ਜਾਏ, ਜੇ ਅਰਦਾਸ ਦੀ ਗੱਲ ਕੀਤੀ ਜਾਏ, ਤਾਂ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਨਹੀਂ ਹੋਏਗੀ ਤਾਂ ਨਾ ਤਾਂ ਉਹਦਾ ਨਿਤਨੇਮ ਰਹਿੰਦਾ, ਨਾ ਉਹਦਾ ਅੰਮ੍ਰਿਤ ਸੰਸਕਾਰ ਰਹਿੰਦਾ, ਨਾ ਹੋਰ ਕੋਈ ਚੀਜ਼ ਰਹਿੰਦੀ ਹੈ। ਪਰ ਕੁਛ ਇਤਨਾ ਵਾਹ ਵਰੋਲਾ ਹੋ ਜਾਂਦਾ ਹੈ, ਇੰਨਾ ਕੁਛ ਕਰ ਦਿੱਤਾ ਜਾਂਦਾ ਹੈ, ਤੇ ਸਾਡੇ ਲੋਕਾਂ ਦੇ ਵਿੱਚ ਇੱਕ ਬੜੀ ਬਦਕਿਸਮਤੀ ਹੈ ਕਿ ਜਿਹੜੀ ਚੀਜ਼ ਦੇ ਨਾਲ ਥੋੜ੍ਹਾ ਜਿਹਾ ਰੋਲਾ ਪਾ ਦੋ ਉਹਨੂੰ ਛੱਡ ਪੈਂਦੇ ਆ, ਕਿਉਂਕਿ ਉਹਦੀ ਭਾਸ਼ਾ, ਉਹਦੀ ਸਟਾਈਲ, ਉਹਦੀ ਲੈਂਗੁਏਜ, ਉਹ ਸਾਰਾ ਕੁਛ ਜਿਹੜੀ ਸਮਝ ਨਾ ਆਏ ਉਹਨੂੰ ਛੱਡ ਦਿਓ। ਇਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਨਾਲ ਥੋੜ੍ਹੇ ਸਮੇਂ ਬਾਅਦ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ, ਕਿਉਂਕਿ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਰੂਬਰੂ ਹੋ ਰਹੇ ਹੋ, ਪਹਿਲਾਂ ਤੁਸੀਂ ਆਪਣੀ ਜਾਣ ਪਛਾਣ, ਤਾਰਫ ਖਾਸ ਜਾਂ ਆਪਣੀ ਇੰਟਰੋਡਕਸ਼ਨ ਤੁਸੀਂ ਅਗਰ ਦੇ ਸਕੋ ਸਾਡੇ ਦਰਸ਼ਕਾਂ ਨੂੰ ਤੇ ਬਹੁਤ ਤੁਹਾਡੀ ਕਿਰਪਾ ਹੋਏਗੀ। ਫਿਰ ਤਾਰੀਫ ਤਾਂ ਅਕਾਲ ਪੁਰਖ ਦੀ ਹੈ, ਅਸੀਂ ਆਪਣੀ ਤਾਰੀਫ ਕੀ ਕਰ ਸਕਦੇ ਹਾਂ, ਪਰ ਇਤਨਾ ਹੈ ਕਿ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਦੀ ਬਖਸ਼ਿਸ਼ ਹੈ ਕਿ ਬਚਪਨ ਤੋਂ ਮੈਨੂੰ ਦੋ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਕ ਸੀ। ਇੱਕ ਤਾਂ ਸੰਗੀਤ ਦਾ ਬੜਾ ਸ਼ੌਕ ਸੀ, ਜਿਸ ਕਰਕੇ ਉਹਦੇ ਵਿੱਚ ਵੀ ਅਕਾਲ ਪੁਰਖ ਨੇ ਬੜੀ ਕਿਰਪਾ ਕੀਤੀ। ਮੈਨੂੰ ਉਹ ਉਸਤਾਦ ਮਿਲੇ ਜਿਹੜੇ ਕਿ ਮੈਨੂੰ ਉਹਨਾਂ ਨੇ ਸੰਗੀਤ ਦੇ ਵਿੱਚ ਪੂਰਨ ਵਿੱਦਿਆ ਦਿੱਤੀ ਔਰ ਇੱਥੇ ਤੱਕ ਵਿੱਦਿਆ ਦਿੱਤੀ ਕਿ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਥੇ ਉਹ ਭਾਈ ਮਹਿਬੂਬ ਅਲੀ ਰਬਾਬੀ ਸਨ ਜੀ, ਉਹ ਡਾਇਰੈਕਟ ਡਿਸੈਂਡੈਂਟ ਭਾਈ ਫਰਿੰਦੇ ਦੇ ਥੇ ਜੀ, ਕਿਉਂਕਿ ਮਰਦਾਨੇ ਦੇ ਵੀ ਉਸਤਾਦ ਥੇ ਜੀ। ਤਾਂ ਉਹ ਗੁਰੂ ਘਰ ਦਾ ਸਾਰਾ ਕੁਝ ਜਾਣਦੇ ਥੇ।
ਤਾਂ ਉਹਨਾਂ ਨੇ ਜੋ ਗੁਰੂ ਨਾਨਕ ਦੇਵ ਜੀ ਤੋਂ ਚੱਲੇ ਆ ਰਿਹਾ ਵਿਦਿਆ ਸੰਗੀਤ ਦੀ ਜੀ ਉਹ ਸਾਨੂੰ ਉਹਨਾਂ ਤੋਂ ਪ੍ਰਾਪਤ ਹੋਈ। ਇੱਥੇ ਤੱਕ ਇਹ ਨਹੀਂ ਕਿ ਬਸ ਹੀ ਨਹੀਂ ਹੈ, ਪਰ ਇੱਥੇ ਹੈ ਕਿ ਉਹਨਾਂ ਦੇ ਬਾਕੀ ਉਹਨਾਂ ਨੂੰ ਬਹੁਤ ਹੋਰ ਜ਼ਿਆਦਾ ਸ਼ੌਕ ਸੀ ਕਿ ਗੁਰੂ ਘਰ ਦੇ ਵਿਦਿਆ ਨਾਲੋਂ, ਕਿ ਉਹ ਮੁਗਲ ਬਾਦਸ਼ਾਹ ਦੇ ਅਖੀਰਲੇ ਬਾਦਸ਼ਾਹ ਦੇ ਜਿਹੜੇ ਸੰਗੀਤਕਾਰ ਦੇ ਤਾਨਸੈਨ ਦੇ ਵੰਸ਼ ਦੇ ਵਿੱਚੋਂ ਜੀ ਉਹਨਾਂ ਦੇ ਵੀ ਸ਼ਾਗਿਰਦ ਸੇ। ਜੀ। ਅਤੇ ਉਹਨਾਂ ਦੀ ਜਿਹੜੀ ਵੀਣਾ ਸੀਗੀ ਉਹ ਪ੍ਰਾਪਤ ਕੀਤੀ ਅਤੇ ਉਹ ਇੰਨੇ ਖੁਸ਼ ਹੋਏ ਮੇਰੇ ਸਾਥ ਕਿ ਬੇਸ਼ੱਕ ਉਹਨਾਂ ਦੇ ਹੋਰ ਭਤੀਜੇ ਵਗੈਰਾ ਆਪਣੇ ਤੇ ਕੋਈ ਉਹਨਾਂ ਦੀ ਔਲਾਦ ਨਹੀਂ ਸੀ, ਉਹ ਬੜੇ ਖੁਸ਼ ਹੋਏ। ਤਾਂ ਉਹਨਾਂ ਨੇ ਉਹ ਸਾਜ਼ ਜਿਹੜਾ 250-300 ਵਰਸ ਪੁਰਾਣਾ ਸੀ ਜੀ। ਉਹ ਅੱਜ ਮੇਰੇ ਪਾਸ ਮੈਨੂੰ ਉਹਨਾਂ ਨੇ ਦੇ ਦਿੱਤਾ ਕਿ ਮੇਰੇ ਉੱਤਰਾਧਿਕਾਰੀ ਇਹ ਮੇਰੇ ਅੱਗੇ ਵਾਸਤੇ ਜਿਹੜੇ ਮੇਰੇ ਹਨਗੇ ਉਹ ਇੱਕ ਖਲੀਫਾ ਰਹਿਣਗੇ ਜੀ। ਇਹ ਤਾਂ ਇੱਕ ਮਿਊਜ਼ਿਕ ਦੀ ਤਰਫ ਹੋਇਆ ਜੀ। ਦੂਜੇ ਪਾਸੇ ਸਾਡੇ ਪਾਸ ਲਿਸਟ ਹੈ ਕਿ ਗੁਰੂ ਸਾਹਿਬ ਦੇ ਕਿ ਸਾਡੇ ਬਜ਼ੁਰਗ ਬਾਬਾ ਆਲਾ ਸਿੰਘ ਜੀ ਮਹਾਰਾਜ ਪਟਿਆਲਾ ਦੇ ਜਿਹੜੇ ਬਾਨੀ ਥੇ, ਉਹਨਾਂ ਦੇ ਪਿਤਾ ਔਰ ਰਾਮ ਸਿੰਘ ਅਤੇ ਉਹਨਾਂ ਦੇ ਤਾਇਆ ਤਰਲੋਕ ਸਿੰਘ, ਜੀ। ਇਹ ਦੋਨੋਂ ਮਹਾਰਾਜ ਫੂਲ ਦੇ ਵੰਸ਼ ਚੋਂ ਥੇ। ਜੀ। ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਵੀ ਬੁਲਾਇਆ ਜੀ। ਔਰ ਵਕਤ ਇਸ ਵਾਰ ਬੁਲਾਉਂਦੇ ਰਹੇ, ਪਰ ਅਖੀਰ ਦੇ ਵਿੱਚ ਉਹਨਾਂ ਨੇ ਦਮਦਮੇ ਸਾਹਿਬ ਬੁਲਾਇਆ ਅਤੇ ਦਮਦਮੇ ਸਾਹਿਬ 1705 ਦੀ ਵਿਸਾਖੀ 'ਤੇ ਹਾਜ਼ਰ ਹੋਏ ਅਤੇ ਉਸ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਜੀ ਆਪ ਅੰਮ੍ਰਿਤ ਛਕਾਇਆ। ਉਸ ਦੇ ਵਿੱਚ ਮੇਰੇ ਪਾਸ ਲਿਸਟ ਹੈਗੀ ਕਿ ਗੁਰੂ ਸਾਹਿਬ ਨੇ ਜਿਹੜੇ ਕਿ ਤਰਲੋਕ ਸਿੰਘ ਨੂੰ, ਰਾਮ ਸਿੰਘ ਨੂੰ, ਹਾਂਜੀ ਜੀ ਐਂਡ ਭਾਈ ਜੀਵਨ ਸਿੰਘ, ਹਾਂਜੀ ਚੱਕ ਭਾਈ ਦੇ ਔਰ ਭਾਈ ਦਾਨ ਸਿੰਘ, ਇਹ 5 ਜਣਿਆਂ ਨੂੰ ਅਤੇ ਗੁਰੂ ਸਾਹਿਬ ਨੇ ਇੱਕ ਉਹਨਾਂ ਦੇ ਆਪਣੇ ਗੁਰੂ 10ਵੇਂ ਪਾਤਸ਼ਾਹ ਦੇ ਆਪਣੇ ਰਿਸ਼ਤੇਦਾਰ ਥੇ ਦੂਰੋਂ ਪਾਰੋਂ ਕਮਲਨੈਨ ਨੇ ਉਹਨਾਂ ਨੂੰ ਅੰਮ੍ਰਿਤ ਆਪ ਛਕਾਇਆ ਗੁਰੂ ਸਾਹਿਬ ਨੇ। ਭਾਈ ਧਰਮ ਸਿੰਘ ਵਗੈਰਾ ਦੇ ਜਿਹੜੇ ਹਨਗੇ ਜੀ ਉਹ ਜਿਹਨਾਂ ਨੇ ਅੰਮ੍ਰਿਤ ਛਕਾਇਆ ਸੀ ਉਹ ਬਾਬਾ ਆਲਾ ਸਿੰਘ ਜੀ ਦੇ ਵੇਲੇ ਵੀ ਥੇ, ਤਾਂ ਉਹਨਾਂ ਨੇ ਮਰਿਆਦਾ ਕਿ ਗੁਰੂ ਸਾਹਿਬ ਨੇ ਜਦ ਆਪ ਅੰਮ੍ਰਿਤ ਛਕਾਇਆ ਤਾਂ ਇਸ ਕਰਕੇ ਉਹ ਮਰਿਆਦਾ ਸਾਡੇ ਪਿਤਾ ਜੀ ਤੱਕ ਚਲਦੀ ਆਈ। ਜੀ ਸਾਡਾ ਇਤਨੀ ਇੰਪੋਰਟੈਂਸ ਥੀ ਜੀ ਕਿ ਆਮ ਤੌਰ ਤੇ ਲੋਕ ਸਮਝਦੇ ਕਿ ਜੀ ਅਸੀਂ ਸਿੱਖ ਹਾਂ, ਅਸੀਂ ਸਿੱਖਾਂ ਦੇ ਜੰਮ ਪਏ ਬਸ ਸਿੱਖ ਹੋ ਗਏ, ਪਰ ਨਹੀਂ। ਸਵਾਲ ਇਹ ਉੱਠਦਾ ਸੀਗਾ ਕਿ ਨਹੀਂ, ਉਸ ਵੇਲੇ ਸਿੱਖੀ ਇਹ ਸੀ ਕਿ ਸਿੱਖ ਫਿਰ ਤੂੰ ਮੇਰਾ ਬਾਪ ਤਾਂ ਸਿੱਖ ਹੋ ਗਿਆ, ਗੁਰੂ ਸਾਹਿਬ ਨੇ ਬਣਾਤਾ ਸੀ ਯਾਰ ਗੁਰੂ ਸਾਹਿਬ ਦੇ ਵੇਲੇ ਤੋਂ ਅੰਮ੍ਰਿਤ ਛਕ ਕੇ, ਪਰ ਅਗਰ ਸੰਤਾਨ ਜਦ ਅਡਲਟ ਹੋਈ ਤਾਂ ਉਸ ਵੇਲੇ ਉਹਨਾਂ ਨੇ ਅੰਮ੍ਰਿਤ ਨਾ ਛਕਿਆ ਤਾਂ ਉਹ ਵੀ ਪੂਰੇ ਸਿੱਖ ਨਹੀਂ ਹਨ, ਫਿਰ ਉਹ ਭੇਖੀ ਸਿੱਖ ਨੇ। ਬਿਲਕੁਲ। ਅੱਜ ਕੱਲ੍ਹ ਭੇਖੀ ਸਿੱਖ ਜ਼ਿਆਦਾ ਨੇ, ਅਸਲੀ ਸਿੱਖ ਘੱਟ ਨੇ, ਅੰਮ੍ਰਿਤ ਛਕੇ ਕੋਈ ਘੱਟ ਨੇ। ਜੀ। ਸੋ ਹੁਣ ਗੱਲ ਇਹ ਹੋਈ ਕਿ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਦ ਅਸੀਂ 13-14 ਸਾਲ ਦੇ ਹੁੰਦੇ ਸੀ, ਗੁਰੂ ਸਾਹਿਬ ਕਹਿੰਦੇ ਜਦ ਗੁਰੂ ਸਾਹਿਬ ਆਪ ਹੀ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਿ जब हम धर्म कर्म वो आए देव लोग धर्म कर्म दे के 13-14 साल 15 साल ਦਾ ਜਦ ਹੋਇਆ ਜਵਾਨ ਲੜਕਾ ਤਾਂ ਉਸ ਵੇਲੇ ਅੰਮ੍ਰਿਤ ਛਕਦੇ। ਬਾਲਕ ਨੂੰ ਅੰਮ੍ਰਿਤ ਛਕਾਉਣ ਦਾ ਕੋਈ ਮਤਲਬ ਨਹੀਂ ਹੈ। ਹੀ ਮਸਟ ਅੰਡਰਸਟੈਂਡ ਕਿ ਮੈਂ ਕਿਉਂ ਅੰਮ੍ਰਿਤ ਛਕਦਾ ਔਰ ਮੈਂ ਕਿਵੇਂ ਪਾਲਨ ਕਰਾਂ। ਸਾਡੇ ਪਿਤਾ ਜੀ ਨੇ ਜੀ ਤੇ ਵੇਲੇ ਤੱਕ ਸਾਨੂੰ ਤੱਕ ਤਾਂ ਇਹ ਪ੍ਰਾਪਤ ਹੋਇਆ। ਇੱਥੇ ਤੱਕ ਕਿ ਮਹਾਰਾਜ ਯਾਦਵਿੰਦਰ ਸਿੰਘ ਜਦ ਗੱਦੀ ਤੇ ਵੀ ਬੈਠੇ ਤਾਂ ਦੂਜੀ ਵਾਰੀ ਉਹਨਾਂ ਨੂੰ ਅੰਮ੍ਰਿਤ ਛਕਣਾ ਪਿਆ, ਕਿਉਂਕਿ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਇਹ ਨਹੀਂ ਹੈ ਕਿ ਤੁਹਾਡਾ ਮਹਾਰਾਜਾ ਪਟਿਆਲਾ ਜਿਹੜਾ ਹੈਗਾ ਇਹ ਉਹੀ ਸਿੱਖ, ਕਿਉਂਕਿ ਬਾਪ ਵੀ ਸਿੱਖ ਸੀ ਕਹਿੰਦੇ ਇਹ ਵੀ ਸਿੱਖ ਹੋ ਗਿਆ। ਤਾਂ ਮਹਾਰਾਜ ਯਾਦਵਿੰਦਰ ਸਿੰਘ ਨੇ ਆਪ ਫਿਰ ਅੰਮ੍ਰਿਤ ਵੀ ਸਾਰਾ ਦਵਾਰ ਛਕਿਆ ਚਾਈਲਡ ਦੇ ਵਿੱਚ। ਮੇਰੇ ਅੱਛੀ ਤਰ੍ਹਾਂ ਯਾਦ। ਸੋ ਤੁਹਾਡਾ ਬਚਪਨ ਫਿਰ ਜਿਹੜਾ ਸੀ ਇਹ ਸੰਗੀਤ ਜਾਂ ਗੁਰਮਤ ਦੀ ਵਿਦਿਆ, ਇਹਦੇ ਬਾਅਦ ਤੁਹਾਡਾ ਇੰਟਰਸਟ ਕਿੱਦਾਂ ਡਿਵੈਲਪ ਹੋਇਆ? ਤਾਂ ਨਾ ਮੈਂ ਤੁਹਾਨੂੰ ਇਹੀ ਦੱਸਦਾ ਕਿ ਸਾਡੇ ਵਾਸਤੇ ਸਾਡਾ ਸੀਗਾ ਇੱਕ ਅੰਗਰੇਜ਼ ਮਿਸਟਰ ਸੈਲਸ, ਇੱਕ ਕੁਈਨ ਐਲਿਜ਼ਬeth ਦਾ ਰਿਸ਼ਤੇਦਾਰ ਸੀ, ਉਹਦੀ ਵਾਈਫ ਰਿਸ਼ਤੇਦਾਰ ਸੀ, ਤਾਂ ਉਹ ਸਾਡਾ ਗਾਰਡੀਅਨ ਸੀ, ਉਹ ਪਿਤਾ ਜੀ ਦੀ ਗਾਰਡੀਅਨ ਸੀ। ਤਾਂ ਉਹ ਇੰਨਾ ਸਟ੍ਰਿਕਟ ਸੀ ਕਿ ਜਦ ਸਾਡਾ ਗਾਰਡੀਅਨ ਬੱਚਿਆਂ ਦਾ ਬਣਿਆ ਤਾਂ ਉਸ ਦੇ ਵਿੱਚ ਇਹ ਸੀਗਾ
ਕਿ ਤੁਸੀਂ ਸਟ੍ਰਿਕਟਲੀ ਤੁਹਾਡੀ ਜ਼ਿੰਦਗੀ ਡੇਲੀ ਰੂਟੀਨ ਚੱਲੇਗਾ। ਜੀ ਤਾਂ ਲੋਕ ਸਮਝਦੇ ਨੇ ਕਿ ਜੀ ਉਹ ਰਾਜੇ ਦਾ ਮੌਜ ਕਰਦੇ ਹੋਣਗੇ ਸਾਰਾ ਕੁਝ, ਅਗੇ ਜਿੰਨਾ ਸਾਡੀ ਜ਼ਿੰਦਗੀ ਪਿਤਾ ਸਟ੍ਰਿਕਟ ਜੀ ਸੀ। ਮੈਂ ਸੌਰੀ, ਹਾਂਜੀ ਤੁਸੀਂ ਨਾ ਜਿਹੜਾ ਬੋਲਣਾ ਹੈ ਉਹ ਕੈਮਰੇ ਦੇ ਵਿੱਚ ਦੇਖ ਕੇ ਹਾਂ, ਬੋਲਣਾ ਹੈ। ਜਿੰਨੀ- ਇਹ ਨਾ ਜਿੰਨੀ- ਇੱਕ ਮਿੰਟ ਇਸ ਦੇ ਵਿੱਚ ਤੁਸੀਂ ਲੈਂਸ ਦੇ ਵਿੱਚ ਦੇਖ ਕੇ ਬੋਲਣਾ। ਠੀਕ ਹੈ, ਸਮਝ ਗਿਆ ਹਾਂਜੀ, ਜੀ। ਇਹਨੂੰ ਹਟਾ ਦਿਓ ਕਾਗਜ਼ ਹਾਂ ਦੀ, ਠੀਕ ਹੈ ਸਮਝ ਗਏ। ਉਹ ਫਿਰ ਸਾਰਾ ਡਿਸਟਰਬ ਹੋ ਜਾਏਗਾ। ਹਾਂਜੀ ਤੁਸੀਂ ਜੋ ਵੀ ਬੋਲਣਾ ਹੈ, ਹੁਣ ਸਿੱਧਾ- ਇਹਦੇ ਸਿੱਧਾ- ਵਿੱਚ ਹੀ ਦੇਖਣਾ ਠੀਕ ਹੈ, ਚਲੋ। ਆਪਣਾ ਬਲੌਕ ਦੇ ਵਿੱਚ ਹੈ। ਅੱਛਾ, ਸੋ ਇਸ ਕਰਕੇ ਸਾਨੂੰ ਜਿਹੜਾ ਹੈ ਲੌਂਗ ਐਂਡ ਸ਼ਾਰਟ ਦਾ ਗੱਲ ਇੰਨੀ ਹੈ ਹਾਂਜੀ ਕਿ ਸਾਡੇ ਰੂਟੀਨ ਸੀ ਕਿ ਜਦ ਅਸੀਂ 5 ਸਾਲ ਦੇ ਸੀ ਜੀ। ਤਾਂ ਸਾਨੂੰ ਰੂਟੀਨ ਕਰਕੇ ਸਵੇਰੇ 6 ਵਜੇ ਉਠਾਇਆ ਜਾਂਦਾ ਸੀ। ਜੀ ਇਸ਼ਨਾਨ ਕਰੋ, 7 ਵਜੇ ਗੁਰਦੁਆਰਾ ਸਾਹਿਬ, ਬੇਸ਼ੱਕ ਗੁਰਦੁਆਰਾ ਸਾਹਿਬ ਮਹਿਲ ਦੇ ਅੰਦਰ ਹੀ ਹੁੰਦਾ ਸੀ, ਜੀ ਪਰ ਉਹਦੇ ਵਿੱਚ ਸਵੇਰੇ ਜਪਜੀ ਸਾਹਿਬ ਔਰ ਜਾਪ ਸਾਹਿਬ 10ਵੇਂ ਪਾਤਸ਼ਾਹ ਦਾ ਜੀ। ਅਤੇ ਸਵਈਏ ਦਾ ਪਾਠ ਇੰਨਾ ਕੁ ਤਾਂ ਅਸੀਂ ਸਵੇਰੇ ਜ਼ਰੂਰ ਕਰਦੇ ਸੀ। ਉਸ ਤੋਂ ਬਾਅਦ ਅਸੀਂ ਜਦ ਜਵਾਨ ਵੀ ਹੋ ਗਏ, ਸਕੂਲ ਵੀ ਜਾਣ ਲੱਗੇ, ਜੀ। ਤਾਂ ਉਸ ਤੋਂ ਬਾਅਦ ਸਕੂਲ ਚਲੇ ਗਏ ਵਗੈਰਾ। ਸ਼ਾਮ ਨੂੰ ਜਦ ਅਸੀਂ ਸਕੂਲ ਤੋਂ ਵਾਪਸ ਆ ਜਾਂਦੇ ਸੀ ਤਾਂ ਉੱਥੇ ਫਿਰ ਉਸੇ ਵੇਲੇ 6 ਵਜੇ ਇਸ਼ਨਾਨ ਕਰਕੇ ਦੁਬਾਰਾ ਤਾਂ ਅਸੀਂ ਗੁਰਦੁਆਰੇ ਸਾਹਿਬ ਜਾਂਦੇ, ਤਾਂ ਸ਼ਾਮ ਨੂੰ ਫਿਰ ਰਹਿਰਾਸ ਦਾ ਪਾਠ ਕਰਦੇ। ਜੀ। ਵਾਰੀ ਸਿਰ ਅਸੀਂ ਭਾਈ ਭੈਣ ਵਗੈਰਾ ਜੀ। ਸਾਰੇ ਸ਼ਬਦ ਪੜ੍ਹਦੇ। ਜੀ। ਉਸ ਤੋਂ ਬਾਅਦ ਤਾਂ ਫਿਰ ਉਸ ਵੇਲੇ ਫਿਰ ਸੰਤ ਜਿਹੜੇ ਸੀ, ਨਿਰਮਲੇ ਸੰਤ ਹੁੰਦੇ ਸੀ ਰਾਜਗੁਰੂ, ਉਹ ਕਦੀਮੀ ਚਲੇ ਆ ਰਹੇ ਥੇ, ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਸੀ ਜੀ ਉਹਨਾਂ ਦੇ ਚਲੇ ਆ ਰਹੇ ਥੇ, ਤਾਂ ਜੀ। ਉਹ ਉਹਨਾਂ ਦੇ ਸਾਥ ਉਹ ਫਿਰ ਸਾਨੂੰ ਗੁਰੂ ਬਾਰੇ ਜੀ। ਉਪਦੇਸ਼ ਦਿੰਦੇ ਥੇ। ਔਰ ਉਸ ਤੋਂ ਬਾਅਦ ਫਿਰ ਰਾਤ ਨੂੰ ਸੌਂਦੇ ਵਕਤ ਅੱਛਾ ਇਤਨਾ ਹੈ ਕਿ ਤੁਸੀਂ ਇਹ ਦੇਖੋ ਕਿ ਉਹ ਅੰਗਰੇਜ਼ ਸਾਹਿਬ ਸੀ, ਉਹ ਸਿੱਖ ਨਹੀਂ ਸੀ, ਪਰ ਉਹ ਖੜਾ ਰਹਿੰਦਾ ਸੀ ਕਿ ਚਲੋ ਜੀ ਬੱਚੇ ਬਿਸਤਰੇ 'ਚ ਜਾਓ, ਤਾਂ ਅਸੀਂ ਆਪਣੇ ਬਿਸਤਰੇ 'ਚ ਜਾ ਕੇ ਨਾਈਟ ਸੂਟ ਪਾ ਕੇ ਮੰਜੇ 'ਚ ਬੈਠਣਾ, ਤਾਂ ਚੌਕੜੀ ਬੈਠ ਕੇ ਆਪਣੇ ਸਿਰ ਤੇ ਰੁਮਾਲ ਰੱਖਣਾ, ਔਰ ਫਿਰ ਵਾਰੀ ਸਿਰ ਕੀਰਤਨ ਸੋਰੇ ਦਾ ਪਾਠ ਕਰਕੇ ਫਿਰ ਉਹ ਬੱਤੀ ਬੰਦ ਕਰਦਾ ਸੀ। ਜੀ ਪਰ ਤਾਂ ਭਾਈ 10 o'clock ਬੱਤੀ ਬੰਦ ਕਰਦੇ, ਫਿਰ ਸਵੇਰੇ ਸਰਦਾਰ ਨਫਰ ਜਗਾਉਂਦਾ 6 ਵਜੇ। ਤਾਂ ਇਹ ਸਾਡਾ ਰੂਟੀਨ ਜੀ। ਸੀ। ਸੋ ਉਹਦੇ ਵਿੱਚ ਇਹ ਨਹੀਂ ਸੀ ਕਿ ਅੱਜ ਐਤਵਾਰ ਹੈ ਜਾਂ ਸੋਮਵਾਰ ਹੈ, ਕੋਈ ਹੋਰ ਦਿਨ ਹੈ, ਕੋਈ ਛੁੱਟੀ ਵਾਲਾ ਦਿਨ ਹੈ ਤੇ ਛੁੱਟੀ ਕਰਦੇ ਗੁਰਦੁਆਰੇ ਤੋਂ ਛੁੱਟੀ ਹੁੰਦੀ ਸੀ, ਸਕੂਲ ਤੋਂ ਛੁੱਟੀ ਹੋ ਜਾਏ, ਹੋਰ ਕਿਵੇਂ ਤੋਂ ਛੁੱਟੀ ਹੋ ਜਾਏ, ਪਰ ਗੁਰਦੁਆਰੇ ਤੋਂ ਕਦੀ ਛੁੱਟੀ ਨਹੀਂ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ, ਕਲਗੀ ਵਾਲਿਆ ਤੇਰੇ ਦਰਬਾਰ ਅੰਦਰ ਨਾ ਇਤਵਾਰ ਛੁੱਟੀ ਨਾ ਦਿਨ ਦਿਹਾੜ ਛੁੱਟੀ। ਸੋ ਸੋ ਇਹ ਫਿਰ ਸੰਗੀਤ ਵੀ ਤੁਸੀਂ ਉੱਥੇ ਹੀ ਸਿੱਖਿਆ ਕਿਸ ਉਮਰ ਦੇ ਵਿੱਚ? ਹਾਂਜੀ, ਫਿਰ ਇਸ ਉਮਰ ਦੇ ਵਿੱਚ ਹੁਣ ਕੀਰਤਨ ਤਾਂ ਹੁੰਦਾ ਹੀ ਸੀ ਕਿਉਂਕਿ ਰਾਗੀ ਤਾਂ ਥੇ ਹੀ, ਔਰ ਮਹੰਤ ਗੱਜਾ ਸਿੰਘ ਵਗੈਰਾ ਦੇ ਉਹਨਾਂ ਦੇ ਚੇਲੇ ਥੇ। ਨਹੀਂ, ਪਰ ਉਸ ਵੇਲੇ ਤੇ ਧਾਰਨਾ ਨਾਲ ਪੜ੍ਹਦੇ, ਪਰ ਜਿਹੜਾ ਪ੍ਰੋਪਰ ਸੰਗੀਤ ਨਾਲ ਜਿਹੜਾ ਨਾ ਸੰਗੀਤ ਨਾਲ, ਕਿਉਂਕਿ ਉੱਥੇ ਤੁਹਾਡੀ ਧਾਰਨਾ ਨਾਲ ਨਹੀਂ ਸੀਗਾ। ਉੱਥੇ ਤਾਂ ਚੜ੍ਹਦੀ ਕਲਾ ਦੇ ਮਹੰਤ ਗੱਜਾ ਸਿੰਘ ਤਾਂ ਤੁਹਾਨੂੰ ਪਤਾ ਹੈ ਕਿ ਉਹਨਾਂ ਵਰਗੇ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਉਹਨਾਂ ਦੇ ਮੁਕਾਬਲੇ ਤਾਂ ਕੋਈ ਸੰਗੀਤਕਾਰ ਥੀ ਨਹੀਂ ਸਿੱਖ। ਤਾਂ ਇਹ ਪਟਿਆਲਾ ਘਰਾਣਾ ਦਾ ਸੰਗੀਤ ਜਿਹੜਾ ਹੈ ਇਹ ਵੱਖਰਾ ਹੈ ਜਾਂ ਇਸ ਤੇ ਜੋ ਇਹਦਾ ਨਹੀਂ, ਪਟਿਆਲਾ ਘਰਾਣੇ ਦਾ ਸੰਗੀਤ ਜਿਹੜਾ ਹੈਗਾ ਉਸ ਦੇ 3 ਹਿੱਸੇ ਨੇ। ਇੱਕ ਤਾਂ ਪਟਿਆਲੇ ਘਰਾਣੇ ਦਾ ਸੰਗੀਤ ਜਿਹੜਾ ਹੈਗਾ ਉਹ ਗੁਰੂ ਮਹਾਰਾਜ ਦਾ ਸੰਗੀਤ ਹੈ, ਕਿਉਂਕਿ ਉਹਦੀ ਪਰਵਰਿਸ਼ ਵੀ ਰਿਆਸਤ ਤੋਂ ਹੋਈ। ਔਰ ਦੂਜੇ ਫਿਰ ਗੁਰੂ ਘਰ ਦਾ ਜਿਹੜਾ ਸੰਗੀਤ ਸੀ, ਮਰਿਆਦਾ ਜਿਹੜੀ ਚਲੀ ਆ ਰਹੀ ਸੀ ਰਬਾਬੀਆਂ ਵਗੈਰਾ ਦੀ, ਉਹ ਚਲੀ ਆ ਰਹੀ ਸੀ। ਔਰ ਤੀਜੇ ਜਿਹੜੀ ਲੋਕ ਸੰਗੀਤ ਸੀ ਉਹਦੀ ਵੀ ਜਿਹੜਾ ਕਿ ਫਰੋਮ ਕਲਚਰਲ ਪੁਆਇੰਟ ਆਫ ਵਿਊ ਉਸ ਦੀ ਵੀ। ਸੋ ਇਸ ਕਰਕੇ ਪਟਿਆਲੇ ਘਰਾਣੇ ਦੇ ਜਿਹੜੇ ਸੰਗੀਤਕਾਰ ਥੇ ਉਸ ਦੇ ਉੱਤੇ ਮੈਨੇ ਆਰਟੀਕਲ ਬਥੇਰੇ ਲਿਖੇ ਨੇ, ਛਪੇ ਨੇ। ਤਾਂ ਉਹਦੇ ਵਿੱਚ ਓਵਰ 100 ਮਿਊਜ਼ੀਸ਼ੀਅਨਸ ਕਿਸੇ ਰਿਆਸਤ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ ਕਿਸੇ ਨੇ ਇੰਨੇ ਸੰਗੀਤਕਾਰ ਨਹੀਂ ਥੇ ਜਿਹੜੇ ਕਿ ਪਟਿਆਲੇ ਰਿਆਸਤ ਦੇ ਵਿੱਚ ਥੇ। ਐਂਡ 100 ਕਿਉਂ 50 ਤਾਂ ਜਿਹੜੇ 10 ਇਹ ਸਮਝੋ ਕਿ 10 ਦਰਵਾਜ਼ੇ ਦੇ ਪਟਿਆਲੇ ਸ਼ਹਿਰ ਦੇ, ਤਾਂ ਹਰੇਕ ਦਰਵਾਜ਼ੇ ਦੇ ਵਿੱਚ 5 ਰਾਗੀ ਹੁੰਦੇ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ ਸੀ। ਔਰ ਫਿਰ 11ਵਾਂ ਗੁਰੂ ਬਾਬਾ ਅਰਦਾ ਸਿੰਘ ਜੀ ਦੇ ਬੁਰਜ ਦੇ ਵਿੱਚ ਗੁਰਦੁਆਰਾ ਸੀ ਉੱਥੇ। ਸੋ 50-60 ਤਾਂ ਰਾਗੀ ਤਾਂ ਇਹੀ ਹੋ ਗਏ। ਔਰ ਫਿਰ ਜਿਹੜੇ ਦੂਸਰੇ ਕਲਾਸਿਕਲ ਥੇ ਜਿਹੜੇ ਕਿ ਸੈਕੂਲਰ ਵੀ ਥੇ ਵਗੈਰਾ, ਉਹ ਫਿਰ ਪਟਿਆਲੇ ਘਰਾਣੇ ਦੇ, ਜਿਸ ਤਰ੍ਹਾਂ
ਜਿਹੜੇ ਮਸ਼ਹੂਰ ਸੀ ਜਰਨੈਲ ਤੇ ਅਲੀ ਬਖਸ਼ ਫਿਰ ਫਤਿਹ ਤੁਸੀਂ, ਅਲੀ ਖਾਨ, ਤਾਂ ਵਿੱਦਿਆ- ਮੈਂ ਉਹਨਾਂ ਤੋਂ ਜੀ। ਪ੍ਰਾਪਤ ਤੇ ਕੀਤੀ। ਵਿਦਿਆ ਫਿਰ ਕਿੱਥੇ ਲਈ, ਜਿਹੜੀ ਦੂਜੀ ਐਜੂਕੇਸ਼ਨ ਸੀਗੀ, ਹਾਂ, ਫਿਰ ਇਹ ਆਪ ਕਿੱਥੇ ਪੜ੍ਹੇ? ਅੱਛਾ, ਫਿਰ ਕਿਉਂਕਿ ਸਾਡਾ ਅੰਗਰੇਜ਼ ਇਕੱਲਾ ਇਹ ਅੰਗਰੇਜ਼ ਇਹੀ ਨਹੀਂ ਸੀ ਕਿ ਗਾਰਡੀਅਨ ਸੀ, ਉਹ ਐਜੂਕੇਸ਼ਨ ਵੀ ਕਰਦੇ थे ਸਾਡੇ ਪਾਸ ਹੋਰ ਵਾਟਰ ਤੇ। ਤਾਂ ਪਹਿਲਾਂ ਤਾਂ ਅਸੀਂ ਜਦ ਤੱਕ 8-9 ਸਾਲ ਦੇ ਥੇ ਤਾਂ ਘਰ ਪੜ੍ਹਦੇ ਰਹੇ। ਜੀ। ਉਸ ਤੋਂ ਬਾਅਦ ਫਿਰ ਹਿਟਸਨ ਚੀਫਸ ਕਾਲਜ ਲਾਹੌਰ ਦੇ ਵਿੱਚ ਜੀ। ਅਸੀਂ ਜਿਹੜੇ ਐਲਡਰਸ ਥੇ ਹਾਂਜੀ। ਅਸੀਂ ਫਿਰ ਲਾਹੌਰ ਪੜ੍ਹਦੇ ਰਹੇ। ਅੱਛਾ। ਪਰ ਉੱਥੇ ਅਸੀਂ ਇਹ ਨਹੀਂ ਸੀ ਕਿ ਬਾਰਡਰ ਤੇ ਅਸੀਂ ਪਟਿਆਲਾ ਹਾਊਸ ਬਿਸ਼ਪ ਸਟੋਪ ਰਹਿੰਦੇ ਥੇ, ਅੱਛਾ। ਮੋਟਰਾਂ 'ਚ ਹੀ ਆਉਂਦੇ ਥੇ, ਮੋਟਰ ਹੀ ਜਾਂਦੇ ਥੇ, ਉਹੀ ਹਿਸਾਬ ਉੱਥੇ ਵੀ ਹੁੰਦਾ ਸੀ। ਐਂਡ ਇਸ ਕਰਕੇ ਘਰ ਤਾਂ ਸਾਡਾ ਪਟਿਆਲਾ ਹਾਊਸ ਸੀ, ਅੱਛਾ। ਪਰ ਜਾਂਦੇ ਅਸੀਂ ਹਿਟਸਨ ਚੀਫਸ ਕਾਲਜ ਤੇ, ਉੱਥੇ ਸਾਡੀ ਪੜ੍ਹਾਈ ਹੁੰਦੀ ਸੀ ਜਿਵੇਂ ਕੈਂਬਰਿਜ ਯੂਨੀਵਰਸਿਟੀ ਦੀ। ਤਾਂ ਇਸ ਕਰਕੇ ਸਾਡੇ ਪਾਸ ਦੋਨੋਂ ਵਿਦਿਆ, ਹਾਂਜੀ। ਜਿਹੜੀ ਸਾਡੀ ਗੁਰੂ ਘਰ ਦੀ ਵਿਦਿਆ ਸੀ ਔਰ ਜਿਹੜੀ ਕਦੀਮੀ ਵਿਦਿਆ ਸੀ ਉਹ ਵੀ ਸੀ, ਔਰ ਜਿਹੜੀ ਸਾਡੇ ਅੰਗਰੇਜ਼ਾਂ ਨੇ ਵਿਦਿਆ ਲਿਆਂਦੀ ਵਗੈਰਾ, ਔਰ ਉਹ ਸਾਰਾ ਕੁਝ ਅਸੀਂ ਕਾਲਜ ਤੋਂ ਵੀ ਸੀ। ਇਹ ਜਿਹੜੀ ਤੁਸੀਂ ਦੱਸੀ ਸੀ ਕਿ ਤੁਹਾਡੇ ਹਰ ਬੁਰਜ ਦੇ ਵਿੱਚ ਰਾਗੀ ਹੁੰਦੇ, ਬਾਬਾ ਆਲਾ ਸਿੰਘ ਜੀ ਦੇ ਉੱਥੇ ਮੈਂ ਖੁਦ ਦੇਖਿਆ ਕੀਰਤਨ ਹੁੰਦਾ, ਪ੍ਰਕਾਸ਼ ਹੁੰਦਾ ਉੱਥੇ ਬੁਰਜ 'ਚ, ਪਰ ਉਹ ਸਾਰਾ ਕੁਝ ਜਿਸ ਤਰ੍ਹਾਂ ਬਿਲਕੁਲ ਬਿਖਰ ਗਿਆ, ਤਿੱਤਰ ਬਿਤਰ ਹੋ ਗਿਆ, ਔਰ ਧਾਰਮਿਕ ਪੱਖੋਂ ਵੀ, ਨਾ ਕੇਵਲ ਕੋਈ ਦੁਨਿਆਵੀ ਮਾਇਕ ਪੱਖੋਂ, ਧਾਰਮਿਕ ਪੱਖੋਂ ਵੀ ਉਹ ਜਿਹੜੀ ਗਰੀਬੀ ਆ ਗਈ, ਜਿਹੜੀ ਹੋਈ ਹੈ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਕਿ ਇਹ ਬੜੀ ਵੱਡੀ ਚਿੰਤਾ ਦੀ ਗੱਲ ਹੈ, ਜਾਂ ਇਹ ਹੋਣੀ ਸੀ, ਇਦਾਂ ਹੁੰਦੀ ਹੈ, ਹੋਣਾ ਹੀ ਹੈ? ਤਪੋ ਰਾਜ ਰਾਜੋ ਨਰਕ ਦੀ ਗੱਲ ਜਿਸ ਤਰ੍ਹਾਂ ਹੁੰਦੀ ਹੈ ਫਿਰ? ਨਹੀਂ ਜੀ, ਤਪੋ ਰਾਜ ਰਾਜੋ ਨਰਕ ਤਾਂ ਸੀ, ਪਰ ਗੱਲ ਇਹ ਹੈ ਕਿ ਸਾਨੂੰ ਤਪੋ ਰਾਜ ਔਰ ਰਾਜ ਤੋਂ ਸਵਰਗ ਵੀ ਮਿਲ ਜਾਏ, ਮੁਕਤੀ ਵੀ ਮਿਲ ਜਾਣੀ। ਪਰ ਇਹ ਗੱਲ ਹੈ ਕਿ ਜਿਸ ਤੁਸੀਂ ਗੱਲ ਤੇ ਕਹੋ, ਹੁਣ ਇੱਥੇ ਕਿਸ ਨੂੰ ਕੋਈ ਦੋਸ਼ ਦੇਵੇ? ਹਾਂਜੀ। ਅਗਰ ਤੁਸੀਂ 100 ਸਾਖੀ ਦੇਖੋ, ਜੀ। ਉਸ ਦੇ ਵਿੱਚ 15ਵੀਂ ਸਾਖੀ ਦੇ ਵਿੱਚ ਲਿਖਿਆ ਹੈ ਹਾਂਜੀ। ਕਿ ਸਾਫ਼ ਪਾਟਲ ਨਗਰ ਦਾ ਜ਼ਿਕਰ ਆਉਂਦਾ ਹੈ। ਹਾਂਜੀ। ਆ ਕਹਿੰਦੇ ਕਿ ਪਾਟਲ ਨਗਰੀ ਜੀਤੇ ਬੁਨਸਾਰ, ਉੱਥੇ ਫਿਰ ਅੱਗੇ ਕਿਹਾ, ਪਰ ਇੱਥੇ ਤੱਕ ਵੀ ਲਿਖਿਆ ਹੈ ਕਿ ਖੰਡਰ ਹੋਏ ਕਿ ਉਡੜੇ ਪਟਲੇਸ਼ਵਰ ਕਾ ਨਾਮ। ਬਿਲਕੁਲ 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 ਤਾਂ ਬਿਲਕੁਲ। ਜਦ ਮੈਂ ਆਪਣੀ ਤਰਫ ਨਹੀਂ ਕੁਝ ਕਹਿ ਰਿਹਾ, ਹਾਂਜੀ। ਮੈਂ ਕਿਹਾ ਗੁਰੂ ਗੋਬਿੰਦ ਸਿੰਘ ਪਹਿਲਾਂ ਦਾ 100 ਸਾਖੀ ਚ ਲਿਖ ਗਏ, ਤਾਂ ਇਹ ਖੰਡਰ ਜਿਹੜਾ ਹੋਣਾ ਸੀ ਹੋਇਆ। ਤਾਂ ਹੁਣ ਮੈਂ ਆਪਣੇ ਭਤੀਜੇ ਨੂੰ ਅਮਰਿੰਦਰ ਸਿੰਘ ਨੂੰ, ਹਾਂਜੀ, ਮੈਂ ਕੀ ਕਹਾਂ, ਕਿਸੇ ਹੋਰ ਨੂੰ ਕੀ ਕਹਾਂ? ਮੈਂ ਇਹ ਕੀ ਕਹਾਂ? ਬਥੇਰੀ ਇੱਕ ਮੈਂ ਤਾਂ ਹਰੇਕ ਕਦਮ ਕਦਮ ਤੇ ਲੜਦਾ ਸੀਗਾ ਆਪਣੇ ਬੜੇ ਭਾਈ ਯਾਦਵਿੰਦਰ ਸਿੰਘ ਮਹਾਰਾਜ ਸਾਹਿਬ। ਪਰ ਸਵਾਲ ਇਹ ਹੈ ਕਿ ਪਰ ਜਦ ਇਹ ਹੋਣੀ ਹੁੰਦੀ ਹੈ ਤਾਂ ਹੋਣੀ ਨੂੰ ਕੌਣ ਰੋਕ ਸਕਦਾ ਹੈ? ਤਾਂ ਗੁਰੂ ਸਾਹਿਬ ਆਪ ਹੀ ਜਦ ਕਹਿੰਦੇ ਕਿ ਪਟਿਆਲਾ ਦਾ ਖੰਡਨ ਹੋ ਜਾਣਾ, ਹਾਂਜੀ। ਤਾਂ ਫਿਰ ਉਸ ਤੋਂ ਜ਼ਿਆਦਾ ਨਹੀਂ, ਮੈਂ ਬਿਲਕੁਲ, ਮੈਂ ਤੁਹਾਡੀ ਇਹਦਾ ਹੋਣੀ ਸੀ। ਅੱਗੇ ਨਤੀਜਾ ਚੰਗਾ ਨਿਕਲੇ ਤਾਂ, ਅਤੇ ਇਹ ਹੈ ਕਿ ਜਨਮ ਮਰਨ ਦਹੂ ਮੈਂ ਨਾ ਹੈ, ਅਗਰ ਅਸੀਂ ਉਸ ਅਵਸਥਾ 'ਚ ਪਹੁੰਚ ਜਾਈਏ, ਇਸ ਵਰਗਾ ਕੋਈ ਨਹੀਂ। ਪਰ ਇੰਨਾ ਯਾਦ ਰੱਖਿਓ ਸਰਦਾਰ ਸਾਹਿਬ ਕਿ ਗੁਰੂ ਸਾਹਿਬ ਨੇ ਜਿਹੜਾ ਦੱਸਿਆ ਨਾ, ਅਸੀਂ ਉਸ ਦੀ ਕੋਸ਼ਿਸ਼ ਕੀਤੀ ਕਿ ਅਸੀਂ ਅਮਲ ਕਰੀਏ, ਤਾਂ ਸੁਖ ਦੁੱਖ ਦੋਨੋਂ ਸਭ ਕਰ ਜਾਣੇ ਔਰ ਮਾਣੇ। ਬਸ। ਹਾਂਜੀ। ਤਾਂ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਦ ਬੱਚੇ ਚਾਰੇ ਯੁੱਧ ਵਿੱਚ, ਔਰ ਸਾਰੇ ਮਾਤਾ ਜੀ ਸਾਰੇ ਸਵਰਗਵਾਸ ਹੋ ਗਏ, ਸਾਰਾ ਕੁਝ ਹੋ ਗਿਆ, ਤਾਂ ਗੁਰੂ ਸਾਹਿਬ ਦੀ ਅੱਖਾਂ 'ਚ ਵੀ ਜਲ ਆਇਆ। ਤਾਂ ਗੁਰੂ ਸਾਹਿਬ ਕਹਿੰਦੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਭਾਈ ਮੈਂ ਤਾਂ ਵਾਸਤੇ ਤਾਂ ਸਭ ਕੁਝ ਬਰਾਬਰ ਹੈ, ਪਰ ਇਹ ਹੈ ਕਿ ਅਗਰ ਤੁਸੀਂ ਇੱਕ ਫੁੱਟ ਨੂੰ ਵੀ ਤੁਸੀਂ ਨਿਚੋੜੋਗੇ ਤਾਂ ਉਹਦੇ ਵਿੱਚੋਂ ਪਾਣੀ ਦਾ ਜ਼ਰੂਰ ਨਿਕਲੇਗਾ। ਧਰਮ ਦੀ ਗੱਲ ਤਾਂ ਧਾਰਮਿਕ ਪੱਧਰ ਤੇ ਸਮਝ ਆਉਂਦੀ ਹੈ, ਠੀਕ ਹੈ, ਪਰ ਧਾਰਮਿਕ ਪੱਧਰ ਦੇ ਉੱਤੇ ਜਦੋਂ ਫਿਰ 4 ਪਦਾਰਥ ਮੰਗਦਾ, ਉਹਦੇ 'ਚ ਧਰਮ ਵੀ ਮੰਗਦਾ ਹੈ, ਅਰਥ ਵੀ ਮੰਗਦਾ ਹੈ, ਕਾਮ ਵੀ ਮੰਗਦਾ ਹੈ, ਮੋਕਸ਼ ਵੀ ਮੰਗਦਾ ਹੈ। ਕੀ ਇਹ ਕੋਈ ਵਿਰੋਧਾਭਾਸ ਨਹੀਂ ਲੱਗ ਰਿਹਾ ਕਿ ਮੈਂ ਕਾਮ ਜਿਹੜਾ ਹੈ ਇਹ ਤਾਂ ਕੁਦਰਤੀ ਚੀਜ਼ ਹੈ, ਮਿਲਣਾ ਹੀ ਮਿਲਣਾ ਹੈ, ਜਾਂ ਅਰਥ ਹੈ ਪੈਸਾ ਕਮਾਣਾ, ਲੁੱਟ ਕੇ ਕਮਾ ਲਾਂ ਜਿੱਦਾਂ ਮਰਜ਼ੀ, ਪਰ ਇਹ ਪਦਾਰਥ ਮੰਗਣੇ ਕਿ ਮੈਨੂੰ ਇਹ 4 ਪਦਾਰਥ, ਥੋੜਾ ਜਿਹਾ ਇਹਦੇ ਬਾਰੇ ਦੱਸੋ। ਤੇ ਇਹ ਕਿਉਂ ਧਾਰਮਿਕ ਵਿਅਕਤੀ ਵੀ ਇਹ ਚੀਜ਼ਾਂ ਮੰਗਦਾ ਹੈ, ਕਿਉਂ ਮੰਗਦਾ? ਬੜੀ ਸਿੱਧੀ ਗੱਲ ਹੈ ਜੀ ਕਿ ਸਾਡੀ ਬੁੱਧੀ ਲਿਮਿਟਿਡ ਹੈ।
ਹਾਂਜੀ ਤਾਂ ਇਸ ਕਰਕੇ ਅਸੀਂ ਲਿਮਿਟਿਡ ਹੀ ਅਰਥ ਕਰੀ ਜਾਂਦੇ ਹਾਂ। ਹਾਂਜੀ, ਅਗਰ ਖੋਲ ਕੇ ਅਰਥ ਕਰੋ, ਮੈਂ ਤਾਂ ਤੁਹਾਡੇ ਕੋਲੋਂ ਪੁੱਛ ਰਿਹਾ। ਹਾਂ, ਹਾਂਜੀ ਧਰਮ ਅਰਥ ਕਾਮ ਔਰ ਮੋਕਸ਼ ਦਾ ਅਰਥ ਕੀ ਹੈ? ਹਾਂਜੀ ਹਾਂਜੀ ਧਰਮ ਦਾ ਅਰਥ ਮਤਲਬ ਇਹ ਹੈ ਕਿ ਜਿੱਥੇ ਧਰਮ ਹੈ ਉੱਥੇ ਧਰਮ ਹੈ। ਦੇਰ ਇਜ਼ ਆਲਵੇਜ਼ ਆਪੋਜ਼ਿਟਸ। ਜੀ। ਸੋ ਇੱਕ ਪਾਸੇ ਤਾਂ ਹੈ ਹੀ ਨਹੀਂ, ਅੱਛਾ ਹੈ ਤਾਂ ਬੁਰਾ ਵੀ ਹੈ। ਜੀ ਗੁਰੂ ਸਾਹਿਬ ਆਪ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਗ੍ਰੰਥ ਦੇ ਵਿੱਚ ਕਹਿੰਦੇ ਨੇ ਹਾਂਜੀ। ਕਿ ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ, ਹੂੰ ਕੁਕਰ ਕਰਮ ਜੇ ਜਗ ਮੈਂ ਕਰਹੀਂ, ਅਸੁਰ ਨਾਮ ਤਿਨ ਕੋ ਸਭ ਧਰੇ। ਬਿਲਕੁਲ ਤੋ ਪਰ ਅਸੁਰ ਜਿਹੜਾ ਹੈਗਾ, ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀ ਦੇ ਆਪ ਸ਼ਬਦ ਹੈ, ਅਸੁਰ ਸਗਾਰਨ ਰਾਮ ਹਮਾਰਾ। ਬਿਲਕੁਲ ਪਰ ਬਿਲਕੁਲ ਜਦ ਅਸੁਰ ਬਣ ਜਾਂਦਾ ਹੈ ਜੀ ਤਾਂ ਉਸ ਐਟੀਟਿਊਡ ਨੂੰ ਈਵਨ ਫਿਰ ਰੱਬ ਨੂੰ ਉਤਰ ਕੇ ਉਹਨੂੰ ਖਤਮ ਕਰਨਾ ਪੈਂਦਾ। ਪਰ ਅੱਛਾ ਔਰ ਬੁਰਾ ਦਾ ਸਦਾ ਹੀ ਹੈ। ਤੋ ਇਸ ਕਰਕੇ ਅਸੀਂ ਇੱਕ ਅਰਥ ਨਹੀਂ ਲਾ ਸਕਦੇ, ਜੀ ਅਸੀਂ ਅਰਥ ਕਈ ਲਾਉਣੇ ਨੇ। ਜੀ ਧਰਮ ਮੀਨਸ ਰਾਈਚਸਨੈਸ। ਅੱਛਾ ਜੀ ਹਾਂ, ਧਰਮ ਡਸ ਨਾਟ ਮੀਨ ਰਿਲੀਜਨ। ਹਾਂਜੀ। ਰਿਲੀਜਨ ਤਾਂ ਸੰਪਰਦਾਇ ਹੋਗੀ, ਹੂੰ ਪਰ ਇੱਥੇ ਤਾਂ ਹੈ ਕਿ ਰਾਈਚਸਨੈਸ। ਤਾਂ ਰਾਈਚਸਨੈਸ ਦੇ ਵਿੱਚ ਇਹ ਅਗਰ ਰਾਈਚਸਨੈਸ ਹੈ ਤਾਂ ਅਨਰਾਈਚਸਨੈਸ ਵੀ ਹੈ। ਬਿਲਕੁਲ ਇਸ ਕਰਕੇ ਕੰਪੈਰੀਟਿਵ ਹੈ। ਹਾਂ, ਸੋ ਇਸ ਕਰਕੇ ਧਰਮ ਸੰਸਥਾਪਨਾਰਥ ਜਿਹੜੇ ਭਗਵਦ ਗੀਤਾ ਵਿੱਚ ਕਿਹਾ, ਧਰਮ ਸੰਸਥਾਪਨਾਰਥ ਹੈ ਸੰਭਵਾਮੀ ਯੋਗੇ ਹੋਗੇ, ਕਿ ਧਰਮ ਸੰਸਥਾਪਨ ਵਾਸਤੇ ਬਾਰ-ਬਾਰ ਅਕਾਲ ਪੁਰਖ ਅਨੇਕ ਅਵਤਾਰ ਭੇਜਦਾ ਹੈਗਾ। ਜੀ ਜੀ ਸਾਰੇ ਅਵਤਾਰ ਅਸੀਂ ਦੇਖਦੇ ਹਾਂ ਧਰਮ ਗ੍ਰੰਥ ਦੇ ਵਿੱਚ ਕਿ ਗੁਰੂ ਸਾਹਿਬ ਨੇ ਕਿਤੇ ਨਹੀਂ ਲਿਖਿਆ ਕਿ ਅਵਤਾਰ ਬ੍ਰਹਮ ਨੇ। ਅਵਤਾਰ ਕਹਿੰਦੇ ਕਿ ਅਕਾਲ ਪੁਰਖ ਦੇ ਹੁਕਮ ਸਾਥ ਇਹ ਜਿੰਨੇ ਵੀ ਅਵਤਾਰ ਆਏ ਨੇ ਉਹ ਹੁਕਮ ਤੇ ਆਏ ਨੇ। ਰਾਮ ਗਿਓ ਰਾਵਣ ਗਿਓ ਦੋਨੋਂ ਹੀ ਚਲੇ ਗਏ, ਇੱਕੋ ਪੱਧਰ ਤੇ ਲੈ ਆਂਦਾ। ਪਰ ਗੁਰੂ ਕਲਗੀਧਰ ਪਿਤਾ ਵੀ ਰਾਮਾ ਅਵਤਾਰ ਦੇ ਅਖੀਰ ਵਿੱਚ ਜਿਹੜੇ ਲਫ਼ਜ਼ ਕਹਿੰਦੇ ਆ ਕਿ ਉਹ ਰਾਮਾ ਅਵਤਾਰ ਦੀ ਸਾਰੀ ਕਹਾਣੀ ਲਿਖ ਕੇ ਕਹਿੰਦੇ, ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਵਿਵਾਦ। ਇਹ ਰਾਮ ਤੇ ਰਾਵਣ ਵਿੱਚ ਸਾਧ ਕੌਣ ਹੈ, ਅਸਾਧ ਕੌਣ ਹੈ, ਵਿਵਾਦ ਦਾ ਵਿਸ਼ਾ ਹੈ। ਇਹ ਕੀ ਉਸੇ ਚੀਜ਼ ਦੀ ਵਿਆਖਿਆ ਹੋ ਰਹੀ ਹੈ ਕਿ ਰਾਮ ਗਿਓ ਰਾਵਣ ਗਿਓ ਦੀ ਇੱਕੋ ਪੱਧਰ ਤੇ ਦੋਨਾਂ ਨੂੰ ਕਰ ਰਹੇ ਆ? ਨਹੀਂ, ਇੱਥੇ ਤਾਂ ਰਾਮ ਦੀ 250 ਪੱਤਰੇ ਦਸਮ ਗ੍ਰੰਥ ਦੇ ਵਿੱਚ ਜੀ ਤੋਂ ਉੱਪਰ ਗੁਰੂ ਗੋਬਿੰਦ ਸਿੰਘ ਜੀ ਰਾਮ ਦਾ ਸਤੁਤੀ ਕੀਤੀ। ਜੀ ਕਿਉਂਕਿ ਉੱਥੇ ਸ਼ੁਰੂ ਵੀ ਰਾਮ ਅਵਤਾਰ ਦਾ ਸ਼ੁਰੂ ਦੇਖਦੇ ਹਾਂ ਜੀ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਲਿਖਦੇ ਨੇ ਕਿ ਇਹ 24 ਅਵਤਾਰ ਜਿਹੜੇ ਹਨਗੇ ਵਿਸ਼ਨੂੰ ਦੇ, ਜੀ ਇਹਨਾਂ ਨੂੰ ਅਕਾਲ ਪੁਰਖ ਨੇ ਹੁਕਮ ਦਿੱਤਾ, ਤਾਂ ਹੀ ਇਹ ਬਾਰ-ਬਾਰ ਇਹ ਅਵਤਾਰ ਲੈਂਦੇ ਨੇ। ਹਾਂਜੀ ਸੋ ਇਸ ਕਰਕੇ ਇਹ ਉਸ ਪੱਧਰ ਤੇ ਨਹੀਂ ਪਾ ਸਕਦੇ, ਕਿਉਂਕਿ ਜਿਹੜੇ ਗੁਰੂ ਸਾਹਿਬ ਕਹਿੰਦੇ ਨੇ ਰਾਮ ਜਿਹੜਾ ਤੁਸੀਂ ਹੁਣੇ ਕੋਟ ਕੀਤਾ ਹੈ, ਜੀ ਇਹ ਅੱਗੇ ਜਾ ਕੇ ਸਾਰੇ ਅਖੀਰ ਦੇ ਵਿੱਚ ਅਸੀਂ ਸਾਰੇ ਪੜ੍ਹਦੇ ਹਾਂ ਸ਼ਾਮ ਨੂੰ ਰਹਿਰਾਸ ਦੇ ਵਿੱਚ ਹਾਂਜੀ ਕਿ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖਤ ਰਾਮ ਰਹੀਮ ਪੁਰਾਨ। ਪਰ ਇਹ ਨਹੀਂ, ਪਰ ਇਹਦੇ ਅਰਥ ਸਾਰੇ ਲੋਕ ਗਲਤ ਕਰੀ ਜਾਂਦੇ ਨੇ ਕਿ 250 ਪੱਤਰੇ ਤਾਂ ਰਾਮ ਦੀ ਤਾਰੀਫ ਲਿਖਣ ਔਰ ਫਿਰ ਕਹਿੰਦੇ ਰਾਮ ਰਹੀਮ ਪੁਰਾਣ ਕਰਨ, ਨਾ ਇੱਕ ਕਹੇ ਨਾ ਇੱਕ ਨਾ ਮੰਨਿਓ, ਉਹਦਾ ਖੰਡਨ ਕਰਨ। ਇਹ ਕੋਈ ਅਕਲ ਦੀ ਗੱਲ, ਕੋਈ ਅਕਲ ਦਾ ਅਰਥ ਕਰਦੇ ਨੇ? ਇਹ ਹੋ ਹੀ ਨਹੀਂ ਸਕਦਾ, ਇਹ ਅਰਥ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਜਿੱਥੇ ਦ્વੈਤ ਹੈ, ਜਿੱਥੇ ਦੂਜਾ ਭਾਵ ਹੈ, ਉਹਦਾ ਖੰਡਨ ਹੈ, ਜਿੱਥੇ ਏਕਾ ਭਾਵ ਹੈ ਉਹਦਾ ਮੰਡਨ ਹੈ। ਸੋ ਇਸ ਕਰਕੇ ਇਹ ਜਿੱਥੇ ਗੁਰੂ ਸਾਹਿਬ ਇੱਥੇ ਕਹਿੰਦੇ ਨੇ ਪਾਏ ਗਏ ਜਬ ਤੇ ਤੁਮਰੇ, ਇਹ ਅਕਾਲ ਪੁਰਖ ਜਦ ਤੋਂ ਤੇਰੇ ਦਰਸ਼ਨ ਮੈਨੂੰ ਅਕੇ ਹੇਮਕੁੰਡ ਪਰਬਤ ਦੇ ਵਿੱਚ ਮੈਨੂੰ ਹੋਏ ਔਰ ਤੁਸੀਂ ਮੈਨੂੰ ਬ੍ਰਹਮ ਵਿਦਿਆ ਦਿੱਤੀ, ਹਾਂਜੀ, ਤਬ ਤੇ ਉਸ ਵੇਲੇ ਤੋਂ। ਵੈਸੇ ਕਰੋੜਾਂ ਜਨਮ ਪਹਿਲਾਂ ਵੀ ਹੋਏ ਹੋਣੇ ਨੇ, ਪਰ ਉਸ ਵੇਲੇ ਤੋਂ ਜੀ ਤਬ ਤੇ ਕਉ ਅੱਖ ਤਰੇ ਨਹੀਂ ਆਨਿਓ, ਹੋਰ ਮੇਰੀ ਅੱਖ ਦੇ ਨੀਚੇ ਕੋਈ ਹੋਰ ਆਉਂਦਾ ਨਹੀਂ। ਕਿਵੇਂ? ਜਿਵੇਂ ਗੁਰੂ ਗ੍ਰੰਥ ਸਾਹਿਬ ਕਿਹਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹਰਿ ਕਾ ਰੂਪ ਹੈ, ਹਰਿ ਰੂਪ ਨਦਰੀ ਆਇਆ। ब्रह्म दिसे ब्रह्म सुनिए एक एक फसाणीए, आत्मा पसारा करनहारा प्रभु भी नाम जाने। गुरु गोबिंद सिंह जी कहते हैं हुण मेरी वो अवस्था होगी जो पहला नहीं थी। फिर कहने लगे कि राम रहीम पुराण कुरान अनेक कहे मत। ਉਹ ਜਿਹੜੇ ਦ્વੈਤਵਾਦੀ ਨੇ ਉਹ ਅਨੇਕ ਮਤ ਕਹਿੰਦੇ ਨੇ, ਜੀ ਜੀ, ਇੱਕ ਨਾ ਮੰਨਿਓ, ਇੱਕ ਕਰਕੇ ਨਹੀਂ ਮੰਨਿਆ। ਜੀ ਜੀ, ਇਹ ਹੈ ਕਿ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਲਿਖਿਆ ਹੈ ਕਿ ਸਿਮਰਤ ਸ਼ਾਸਤਰ ਵੇਦ ਪੁਰਾਣ ਪਰ ਬ੍ਰਹਮ ਕਾ ਕਰੇ ਵਿਖਿਆਨ। ਸਿਮਰਤ ਸ਼ਾਸਤਰ ਔਰ ਵੇਦ ਜਿਹੜੇ ਹਨਗੇ ਇਹ ਸਾਰੇ ਇੱਕੋ ਹੀ ਗੱਲ ਕਹਿੰਦੇ, ਚਾਰ ਵਖਾਣੇ ਨਾਤੂ ਮਾਨੇ
कट भी एक का बाद बखाने दस अष्टी मिली एको केहा ਤਾਂ ਵੀ ਜੋਗੀ ਭੇਦ ਨਾ ਲਿਆ ਤੂੰ द्वैतवादी ਜੋਗੀ ਸਮਝਿਆ ਨਹੀਂ ਇੱਥੇ ਗੁਰੂ ਸਾਹਿਬ ਕਹਿੰਦੇ ਸਮਝ ਸ਼ਾਸਤਰ ਵੇਦ ਪੁਰਾਣ ਪਾਲ ਬ੍ਰਹਮ ਕਾ ਕਰੇ ਵਿਖਿਆਨ ਪਰ ਕਹਿਣ ਲੱਗੇ ਜੋਗੀ ਜਤੀ ਵੈਸ਼ਨਵ ਰਮਦਾਸ ਮਤ ਨਹੀਂ ਬ੍ਰਹਮ ਵਿਨਾਸ਼ ਉਹਨਾਂ ਨੂੰ ਬ੍ਰਹਮ ਦਾ ਪਤਾ ਹੀ ਨਹੀਂ ਜੀ ਤਾਂ ਇੱਥੇ ਜਿਹੜੇ ਕਹਿ ਰਹੇ ਨੇ ਕਿ ਤੁਸੀਂ ਇਹ ਨਾ ਮੰਨੋ ਤੂੰ ਉਸ ਨੂੰ ਜਿਹੜੇ ਇਹ ਉਸ ਇੱਕ ਜਿਹੜਾ ਮਤ ਨੂੰ ਜਿਹੜਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਕਹਿ ਰਹੇ ਕਿ ਸਾਰੇ ਵੇਦ ਸ਼ਾਸਤਰ ਇੱਕੋ ਹੀ ਚੀਜ਼ ਕਹਿ ਰਹੇ ਨੇ ਤੂੰ ਉਸ ਇੱਕ ਨੂੰ ਨਹੀਂ ਮੰਨਦਾ ਜੀ ਠੀਕ ਠੀਕ ਹਾਂਜੀ ਫਿਰ ਨਹੀਂ ਇਹ ਖਤਮ ਹੀ ਕਰ ਲੈਂਦੇ ਹੁਣ ਸ਼ਬਦ ਜੀ ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ ਉਹ ਕਹਿੰਦੇ ਕਿ ਤੁਸੀਂ द्वैतवादी ਜੁੜੇ ਆ ਸਿਮਰਤ ਸ਼ਾਸਤਰ ਵੇਦ ਸਭੇ ਬਹੁ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਕਿ ਇਹ ਬਹੁਤ ਭੇਦ ਕਿ ਕੋਈ ਰਾਮ ਕਹਿੰਦਾ ਹੈ ਕੋਈ ਕ੍ਰਿਸ਼ਨ ਕਹਿੰਦਾ ਹੈ ਕੋਈ ਸ਼ਿਵ ਕਹਿੰਦਾ ਹੈ ਕੋਈ ਹੋਰ ਕਹਿੰਦਾ ਕੋਈ ਦੇਵੀ ਕਹਿੰਦਾ ਜੀ ਹਮ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਹਮ ਇੱਕ ਨ ਜਾਣਿਓ ਅਸੀਂ ਤਾਂ ਇੱਕ ਕਰਕੇ ਜਾਣਿਆ ਇਹ ਅਰਥ ਹੈ ਨਾ ਕਿ ਇੱਕ ਨਾ ਜਾਣਿਓ ਨਹੀਂ ਹੈ ਹਮ ਇੱਕ ਨ ਜਾਣਿਓ ਨਾ ਇਕੱਠੇ ਹੈ और श्री स्पान कृपा तुमरी कर हे अकाल पुरख तेरी कृपा करके गुरु गोबिंद सिंह जी कह रहे हैं कि मैं की कह रहा मैं ना कहो ਹੁਣ ਇੱਥੇ ਗੁਰੂ ਸਾਹਿਬ ਆਪਣੀ ਏਕਤਾ ਆਤਮਾ ਪਰਮਾਤਮਾ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਤਾਂ ਗੁਰੂ ਸਾਹਿਬ ਕਹਿੰਦੇ ਕਿ ਨਹੀਂ ਤੂੰ ਹੀ ਮੇਰੇ ਅੰਦਰੋਂ ਤੂੰ ਹੀ ਬੋਲ ਰਿਹਾ ਤੂੰ ਹੀ ਬੋਲਿਆ ਸੀ ਹਾਂਜੀ ਤੋ ਕਹਿੰਦੇ ਸਭ ਤੋਹੇ ਬਖਾਨਿਓ ਅਸਲੀਟ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਵੀ ਏਕਤਾ ਕਰਤੀ ਇੰਨੀ ਏਕਤਾ ਹੈ ਜੀ ਹਾਂਜੀ ਤੋ ਜਿਹੜਾ ਗੁਰੂ ਸਾਹਿਬ ਕਹਿੰਦੇ ਨੇ ਕਬੀਰ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਜਾਕੋ ਖੋਜ ਤੇ ਪਾਇਓ ਸੋਈ ਠੌਰ ਸੋਈ ਫਿਰ ਕੇ ਤੂੰ ਭੇਜ ਜਾਕੋ ਕਹਤਾ ਔਰ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਕਿਵੇਂ ਔਰ ਕਹਿੰਦੇ ਉਹ ਕਹਿੰਦੇ ਨਹੀਂ ਤੂੰ ਹੀ ਬਖਾਨਿਓ ਤਾਂ ਤੂੰ ਵੀ ਮੇਰੇ ਵਿੱਚੋਂ ਹੀ ਬੋਲ ਕੇ ਤੂੰ ਹੀ ਕਹਿ ਰਿਹਾ ਤੋ ਇਹ ਏਕ ਹੈ ਇਹ ਅਰਥ ਵੀ ਅਰਥ ਹੈ ਜੀ ਰਾਜ ਸਾਹਿਬ ਮੈਂ ਚਾਹਾਂਗਾ ਕਿ ਤੁਸੀਂ ਜਿਹੜਾ ਜਿਹਦੇ ਤੇ ਤੁਹਾਡੀ ਅਬੂਰਤ ਤੁਹਾਨੂੰ ਮਹਾਰਤ ਔਰ ਤੁਹਾਡੀ ਬਹੁਤ ਜਿਹਦੇ ਤੇ ਖੋਜ ਹੈ ਦਸਮ ਪਾਤਸ਼ਾਹ ਦੀ ਬਾਣੀ ਬਾਰੇ ਬੜੇ ਇਹਦੇ ਚ ਦੋ ਪੱਖ ਇਹਦੇ ਚ ਬੜੇ ਸਪਸ਼ਟ ਹੋ ਕੇ ਆਉਂਦੇ ਆ ਜੀ ਕਿਉਂਕਿ ਜਿੰਨਾ ਕੁ ਵਿਰੋਧ ਇਹਦਾ ਮਤਲਬ ਜਿਸ ਤਰ੍ਹਾਂ ਇੱਕ ਮੁਹਿੰਮ ਜੀ ਛੇੜੀ ਔਰ ਕੁਝ ਚੁਣਿੰਦੇ ਨਾਂ ਉਹਨਾਂ ਨੇ ਇੰਨੇ ਜ਼ੋਰਦਾਰ ਤਰੀਕੇ ਦੇ ਨਾਲ ਉਹਨਾਂ ਨੇ ਇੰਨਾ ਰੋਲਾ ਪਾਇਆ ਕਿ ਉਹਦੀ ਭਾਸ਼ਾ ਦਸਮ ਗ੍ਰੰਥ ਸਾਹਿਬ ਦੀ ਇਤਨੀ ਕਠਨ ਸੀ ਜਾਂ ਬ੍ਰਜ ਸੀ ਜਾਂ ਸੰਸਕ੍ਰਿਤ ਸੀ ਆਮ ਲੋਕਾਂ ਦੀ ਸਮਝ ਚ ਨਾ ਆਈ ਤੇ ਉਹਨਾਂ ਨੇ ਛੱਡ ਹੀ ਦਿੱਤੀ ਤੇ ਉਹ ਦੋ ਤਿੰਨ ਇਹਦੇ ਚ ਮੁੱਦੇ ਹੈ ਕਿ ਪਹਿਲਾਂ ਤੇ ਦਸਮ ਗ੍ਰੰਥ ਕੀ ਹੈ ਇਹਦੀ ਲੋੜ ਕੀ ਸੀ ਔਰ ਇਹ ਜਿਹੜੇ ਵਿਰੋਧ ਕਰ ਰਹੇ ਕਿਉਂ ਕਰ ਰਹੇ ਸਭ ਤੋਂ ਪਹਿਲਾ ਸਵਾਲ ਤੇ ਇਹ ਹੈਗਾ ਕਿ ਬਹੁਤ ਥੋੜੇ ਲਫ਼ਜ਼ਾਂ 'ਚ ਦਸਮ ਗ੍ਰੰਥ ਦੀ ਜਾਣ ਪਛਾਣ ਕਰਾਣੀ ਹੋਏ ਇਹ ਕੀ ਹੈ ਤੇ ਦੀ ਲੋੜ ਕੀ ਸੀ ਜਦ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮੌਜੂਦ ਸੀ ਗੱਲ ਇਹ ਹੈ ਜੀ ਕਿ ਸਾਡੇ ਪਾਸ ਬਿਲਕੁਲ ਠੀਕ ਹੈ ਬਹੁਤ ਬਹੁਤ ਸੋਹਣਾ ਸਵਾਲ ਹੈ ਜੀ ਅਤੇ ਅਸੀਂ ਆਪਣੇ ਬੁੱਧੀ ਅਨੁਸਾਰ ਜਿਹੇ ਜੀ ਵਾਹਿਗੁਰੂ ਸਾਨੂੰ ਬਲ ਦਊਗਾ ਬਖਸ਼ੂਗਾ ਜੀ ਅਸੀਂ ਆਪਣਾ ਸਾਨੂੰ ਵਿਸ਼ਲੇਸ਼ਣ ਕਰਕੇ ਦੱਸਦੇ ਹਾਂ ਉਹ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਅੰਮ੍ਰਿਤ ਛਕਾਇਆ ਜੀ ਵਿਸਾਖੀ ਨੂੰ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਪੰਜ ਬਾਣੀਆਂ ਤਾਂ ਉਸ ਵੇਲੇ ਤੱਕ ਆਦਿ ਗੁਰੂ ਗ੍ਰੰਥ ਸਾਹਿਬ ਔਰ ਦਸਮ ਗ੍ਰੰਥ ਦੋਨੋਂ ਹੀ ਗ੍ਰੰਥ ਜੀ ਮੈਂ ਤੁਹਾਨੂੰ ਦੱਸਾਂ ਕਿ ਇਨਕੰਪਲੀਟ ਤੇ ਕੰਪਲੀਟ ਨਹੀਂ ਥੇ ਕਿਉਂਕਿ ਗੁਰੂ ਅਮਰਦਾਸ ਜੀ ਨੇ ਆਪ ਕਿਹਾ ਕਿ ਸਤਿਗੁਰਾਂ ਬਿਨਾ ਹੋਰ ਹੈ ਕੱਚੀ ਬਾਣੀ ਤਾਂ ਕੱਚੀ ਬਾਣੀ ਨੂੰ ਗੁਰੂ ਸਾਹਿਬ ਨੇ ਮੋਹਰ ਲਾਉਣ ਵਾਸਤੇ ਕਿ ਇਹ ਨਾ ਹੋਰ ਫੈਲੇ ਇਹ ਜਿਹੜੇ ਹਨਗੇ ਅਤੇ ਉਹ ਕੱਚੀ ਬਾਣੀ ਦਾ ਇਹ ਵੀ ਮੁਸੀਬਤ ਹੋਈ ਉਸ ਵੇਲੇ ਕਿ ਅਗਰ ਹੋਰ ਕੋਈ ਸਿੱਖ ਜਿਵੇਂ ਪ੍ਰਚਾਰ ਕਰਦੇ ਥੇ ਉਹ ਕਰਦੇ ਰਹਿੰਦੇ ਤਾਂ ਸ਼ਾਇਦ ਉਹਨਾਂ ਦੀ ਕੋਈ ਵਕਤ ਜ਼ਿਆਦਾ ਨਾ ਹੁੰਦੀ ਜਿਵੇਂ ਕਿ ਪਰ ਸਵਾਲ ਇਹ ਹੈ ਕਿ ਜਦ ਗੁਰੂ ਸਾਹਿਬ ਦੀ ਆਪਣੀ ਸੰਤਾਨ ਹੀ ਕਰਨ ਲੱਗੀ ਔਰ ਉਹ ਕਹਿਣ ਲੱਗੇ ਕਿ ਅਸੀਂ ਗੁਰੂ ਦੀ ਔਰ ਉਹ ਵਿਰੋਧ ਕਰਨ ਲੱਗੇ ਜਿਸ ਕਰਕੇ ਗੁਰੂ ਅਮਰਦਾਸ ਜੀ ਨੂੰ ਆਪਣਾ ਬੜਾ ਲੜਕਾ ਮੋਹਨ ਨੂੰ ਤਿਆਗ ਕੇ ਮੋਰੀ ਜੀ ਨੂੰ ਸਾਹਮਣੇ ਕੀਤਾ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਤਾਂ ਖੈਰ ਗੁਰੂ ਛੇਵੇਂ ਪਾਤਸ਼ਾਹ ਥੇ ਪਰ ਗੁਰੂ ਛੇਵੇਂ ਪਾਤਸ਼ਾਹ ਦੇ ਵੇਲੇ ਉਹ ਪ੍ਰਿਥੀ ਚੰਦ ਵਗੈਰਾ ਉਹ ਮੀਣਿਆ ਵਗੈਰਾ ਸਾਰੇ ਅੱਗੇ ਹੋਏ ਤੇ ਇਸ ਕਰਕੇ ਗੁਰੂ ਸਾਹਿਬ ਨੇ
ਕਿ ਇਹ ਜਿਹੜੀ ਇਹ ਵੀ ਬਾਣੀਆਂ ਨੂੰ ਬਣਾ ਕੇ ਇਹ ਆਪਣੇ ਆਪ ਨੂੰ ਕੋਈ ਘੱਟ ਨਹੀਂ ਕਹਿੰਦਾ ਸੀ ਕਿ ਅਸੀਂ ਗੁਰੂ ਸਾਹਿਬ ਦੇ ਬਰਾਬਰ ਦੇ ਹਾਂ। ਜੀ ਜੀ। ਤੇ ਇਸ ਕਰਕੇ ਗੁਰੂ ਸਾਹਿਬ ਨੇ ਉਹਨੂੰ ਥੰਮਣ ਵਾਸਤੇ ਜੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੋ ਉਹਨਾਂ ਪਾਸ ਸੀ ਜਿਹੜੀ ਉਹਨਾਂ ਨੇ ਕੈਨੋਨਾਈਜ਼ ਕੀਤਾ ਜੀ। ਸੀ, ਉਹ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਕਰਕੇ ਜੀ। ਉੱਥੇ ਮੋਹਰ ਲਾਤੀ ਕਿ ਇਹ ਕੈਨੋਨਾਈਜ਼ ਬਾਣੀ ਹੈ। ਇਸ ਤੋਂ ਬਾਕੀ ਜੋ ਕੈਨੋਨਾਈਜ਼ ਨਹੀਂ ਹੈ ਜੀ। ਤਾਂ ਜੋ ਨਾ ਕੈਨੋਨਾਈਜ਼ ਹੋਵੇ ਉਹਨੂੰ ਅੰਗਰੇਜ਼ੀ 'ਚ ਐਪੋਕ੍ਰਿਫਾ ਕਹਿੰਦੇ ਨੇ। ਔਰ ਜਿਹੜਾ ਕੈਨੋਨਾਈਜ਼ਡ ਹੁੰਦੀ ਹੈ ਜੀ ਤਾਂ ਉਸ ਨੂੰ ਅਸੀਂ ਕਹੀਏ ਕਿ ਸ਼ਾਸਤਰ ਬਣ ਗਿਆ। ਜਦ ਤੱਕ ਸ਼ਾਸਤਰ ਨਹੀਂ ਹੈ ਤਾਂ ਕੱਚੀ ਬਾਣੀ ਹੈ। ਪਰ ਜਦ ਸ਼ਾਸਤਰ ਹੈ ਤਾਂ ਉਹਨਾਂ ਨੂੰ ਅਥਾਰਟੀ ਕਹਿਤੀ। ਤੇ ਇਸ ਕਰਕੇ ਗੁਰੂ ਸਾਹਿਬ ਨੇ ਸ਼ਾਸਤਰ ਬਣਾ ਤਾਂ ਉਹ ਨਾਮ ਕੈਨੋਨਾਈਜ਼ ਕਰਤਾ। ਤਾਂ ਗੁਰੂ ਸਾਹਿਬ ਨੇ ਕੈਨਨ ਕਰਕੇ ਉਹਨੂੰ ਬੰਦ ਕੀਤਾ, ਇਸ ਕਰਕੇ ਕੱਚੀ ਬਾਣੀ ਅੱਗੇ ਵਾਸਤੇ ਬੰਦ ਹੋ ਜੇ। ਔਰ ਉਸ ਤੋਂ ਬਾਅਦ ਸੱਚੀ ਮੁੱਚੀ ਤਾਂ ਉਸ ਤੋਂ ਬਾਅਦ ਕੋਈ ਕੱਚੀ ਬਾਣੀ ਦਾ ਇੰਨਾ ਪ੍ਰਚਾਰ ਨਹੀਂ ਹੋ ਸਕਿਆ। ਤੁਸੀਂ ਕਿਹਾ ਕਿ 5 ਬਾਣੀਆਂ ਦਾ ਪਾਠ ਕੀਤਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਉਣ ਲੱਗਿਆ। ਇਹ ਉਹੀ 5 ਬਾਣੀਆਂ ਨਿਤਨੇਮ ਦੀਆਂ ਜਿਹਦੇ ਵਿੱਚ 3 ਬਾਣੀਆਂ ਦਸਮ ਪਾਤਸ਼ਾਹ ਦੀਆਂ? ਹਾਂ, ਮੈਂ ਇਹੀ ਤੁਹਾਨੂੰ ਦੱਸਣ ਲੱਗਿਆ ਸੀ ਜੀ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਅੰਮ੍ਰਿਤ ਛਕਾਉਣ ਦੇ ਵੇਲੇ ਤਾਂ ਉਹਨਾਂ ਪਾਸ ਤਾਂ ਜਿਹੜੀ ਪੋਥੀ ਔਰ ਖੁੱਲੇ ਪੱਤਰਾਂ ਦੇ ਵਿੱਚ ਥੇ, ਕਿਉਂਕਿ ਉਸ ਵੇਲੇ ਕੰਬਾਈਨਡ ਕੁਛ ਨਹੀਂ ਸੀ। ਕੰਬਾਈਨਡ ਵੀ ਦਮਦਮਾ ਸਾਹਿਬ ਜਦ ਗੁਰੂ ਸਾਹਿਬ ਆਪ ਆਏ ਨੇ 4-5 ਸਾਲ ਬਾਅਦ 6 ਸਾਲ ਬਾਅਦ, ਤਾਂ ਉਸ ਵੇਲੇ ਬੀੜਾ ਬੰਨੀਆਂ ਨੇ। ਉਸ ਤੋਂ ਪਹਿਲਾਂ ਕੋਈ ਬੀੜ ਨਹੀਂ ਸੀ ਜੀ, ਤਾਂ ਖੁੱਲੇ ਪੱਤਰ ਥੇ। ਤਾਂ ਗੁਰੂ ਸਾਹਿਬ ਨੇ ਆਪ ਸਿਲੈਕਟ ਕੀਤੀ ਕਿ 5 ਬਾਣੀਆਂ ਅਸੀਂ ਅੰਮ੍ਰਿਤ ਦੇ ਛਕਾਉਣ ਵਾਸਤੇ ਕੀਤੀਆਂ ਜੀ। ਤਾਂ ਇਸ ਕਰਕੇ ਹੁਣ ਸਵਾਲ ਸਾਡਾ ਸਿੰਘਾਂ ਦੇ ਪਾਸ ਇਹ ਹੈ ਅੱਜ ਕਿ ਜਿਹੜਾ ਅੱਜ ਸਿੰਘ ਕਹਿੰਦਾ ਹੈਗਾ ਕਿ ਦਸਮ ਪਾਤਸ਼ਾਹ ਦਾ ਗ੍ਰੰਥ ਨਹੀਂ ਹੈ, ਇਹ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੈ। ਪਹਿਲਾਂ ਤਾਂ ਉਹ ਇਹ ਗਲਤ ਹੈ ਕਿ ਤੂੰ ਇਹ ਦੱਸ ਕਿ ਤੈਨੇ ਅੰਮ੍ਰਿਤ ਛਕਿਆ। ਅਗਰ ਤੂੰ ਕਹਿੰਦੇ ਮੇਰੇ ਬਾਪ ਦਾਦਾ ਨੇ ਛਕਿਆ ਪਰ ਤੂੰ ਤਾਂ ਆਪ ਨੇ ਛਕਿਆ ਨਹੀਂ, ਤਾਂ ਤੂੰ ਫੇਰ ਤਾਂ ਤੂੰ ਜਿਹੜਾ ਹੈਗਾ ਭੇਖੀ ਸਿੱਖ ਹੈ, ਤੂੰ ਸਿੱਖ ਨਹੀਂ। ਜੀ ਜੀ। ਕਿਉਂਕਿ ਜਿਹੜਾ ਭੇਖ ਤੇਰੇ ਬਾਪ ਦਾ ਸੀ, ਦਾਦੇ ਦਾ ਸੀ, ਤੂੰ ਵੀ ਉਹ ਭੇਖ ਧਰ ਲਿਆ। ਰਾਜਾ ਸਾਹਿਬ, ਜਿਹੜੇ ਦਸਮ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ, ਹਾਂ, ਇਹਦਾ ਸਹੀ ਨਾਮ ਕੀ ਹੈ? ਕਿਉਂਕਿ ਕਈ ਨੂੰ ਦਸਮ ਗ੍ਰੰਥ ਕਹਿੰਦੇ, ਕਈ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਕਈ ओरिजिनल ਜਿਹੜਾ ਆਉਂਦਾ ਹੈ ਉਹ 10ਵੇਂ ਪਾਤਸ਼ਾਹ ਦਾ ਗ੍ਰੰਥ। ਅਸਲੀ ਨਾਮ ਕੀ ਹੈ? ਅਸਲੀ ਨਾਮ ਤਾਂ ਗੁਰੂ ਸਾਹਿਬ ਨੇ ਰੱਖਿਆ ਹੀ ਨਹੀਂ। ਹਾਂਜੀ, ਇਸ ਕਰਕੇ ਸਾਰੇ ਪੁਰਾਣੇ ਸਿੱਖ ਸਿੰਧ ਇਹ ਉਦਾਸੀ ਵੀ ਸਿੱਖ ਨਿਰਮਲੇ ਵੀ ਸਾਰੇ ਪਹਿਲਾਂ ਇਹੀ ਕਹਿੰਦੇ ਸੀ ਕਿ ਜੀ ਦਸਮ ਗੁਰੂ ਸਾਹਿਬ ਦਾ ਗ੍ਰੰਥ। ਦਸਮ ਗੁਰੂ ਗ੍ਰੰਥ, ਅਗਰ ਨਾ ਦਸਮ ਗੁਰੂ ਗ੍ਰੰਥ ਨਹੀਂ, ਦਸਮ ਗੁਰੂ ਸਾਹਿਬ ਦਾ ਗ੍ਰੰਥ, ਕਿ ਉਹਨਾਂ ਦਾ ਗ੍ਰੰਥ ਰਚਿਆ। ਕਿਉਂਕਿ ਉਹ ਇਸ ਕਰਕੇ ਕਹਿੰਦੇ ਸੀ ਕਿ ਸਾਡੇ ਪਾਸ ਜਿਹੜੀ ਗੁਰੂ ਸਾਹਿਬ ਦੇ 9 ਮਣ ਪੱਕਾ ਕਵੀਆਂ ਦੀ ਬਾਣੀ, ਗੁਰੂ ਸਾਹਿਬ ਦੇ ਦਰਬਾਰ ਦੇ ਕਵੀ ਥੇ, 52 ਕਵੀ ਵਗੈਰਾ ਸਾਰੇ ਰੱਖੇ ਹੋਏ, ਉਹਨਾਂ ਦੇ 9 ਮਣ ਪੱਕਾ ਗ੍ਰੰਥ ਸੀਗਾ। ਪਰ ਇੰਨਾ ਹੈ ਕਿ ਉਹ ਫਿਰ ਦਸਮ ਗ੍ਰੰਥ ਦੇ ਵਿੱਚ ਔਰ ਉਹਨਾਂ ਦੇ ਵਿੱਚ ਕੀ ਫਰਕ ਹੈ? ਉਹਨਾਂ 'ਚ ਫਰਕ ਇਹ ਹੈ ਕਿ ਜਿਹੜੇ ਕਵੀਆਂ ਦੀ ਬਾਣੀ ਸੀ ਜੀ ਜੀ ਜੀ, ਜਿਹੜੀ ਕਵੀਆਂ ਨੇ ਲਿਖੀ, ਉਹਨਾਂ ਨੇ ਆਪਣੇ ਗ੍ਰੰਥ ਲਿਖੇ। ਉਹ ਗ੍ਰੰਥ ਸਾਡੇ ਪਾਸ ਮੋਤੀ ਬਾਗ ਗੁਰਦੁਆਰੇ, ਮੋਤੀ ਬਾਗ ਮਹਿਲ ਦੇ ਵਿੱਚ ਉਹਨਾਂ ਦੇ ਗ੍ਰੰਥ ਅੱਜ ਮੌਜੂਦ ਨੇ। ਸੰਪੂਰਨ ਮਹਾਭਾਰਤ ਮੌਜੂਦ ਹੈ। ਅੱਛਾ ਅੱਛਾ। ਔਰ ਹੱਥ ਲਿਖਿਆ ਹੋਇਆ। ਉੱਥੇ ਕਵੀ ਲਿਖਦਾ ਹੈ ਕਿ ਅੱਜ ਗੁਰੂ ਸਾਹਿਬ ਮੈਨੂੰ ਇੰਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਇਸ ਤੇ ਜਿੰਨਾ ਕਿ ਮੈंने ਲਿਖਿਆ ਉਹ ਕਵੀ ਦਾ ਵਰਣਨ ਹੈ ਕਿ ਮੈਨੂੰ 66,000 ਦਬੜੇ ਦਿੱਤੇ। ਹਾਂਜੀ ਹਾਂਜੀ, ਹੈਗਾ ਜੀ, ਹੈਗਾ ਨਾ। ਇਸੇ ਤਰ੍ਹਾਂ ਹੋਰ ਕਵੀਆਂ ਦੇ ਵੀ ਲਿਖੇ ਹੈ ਕਿ ਮੈਨੂੰ ਇੰਨਾ ਦਿੱਤਾ, ਇੰਨਾ ਬਖਸ਼ਿਸ਼ ਦਿੱਤਾ। ਤਾਂ ਜਿਨ੍ਹਾਂ ਨੇ ਵਾਸਤੇ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਤਾਂ ਉਹ ਕਵੀਆਂ ਦਾ ਹੈ। ਪਰ ਗੁਰੂ ਸਾਹਿਬ ਨੇ ਜਦ ਆਪਣੀ ਬਾਣੀ ਰਚੀ ਤਾਂ ਉਹਨਾਂ ਦੇ ਬਾਰੇ ਤੱਕ ਗੁਰੂ ਸਾਹਿਬ ਨੇ ਇਦਾਂ ਨਹੀਂ ਲਿਖਿਆ ਕਿ ਮੈंने ਆਪਣੇ ਬਖਸ਼ਿਸ਼ ਦਿੱਤੀ। ਉਹ ਕਹਿੰਦੇ ਮੈਂ ਤਾਂ ਆਪ ਹੀ ਰਚਿਆ। ਤੇ ਇਸ ਕਰਕੇ ਉਹ ਗ੍ਰੰਥ ਦਸਮ ਗ੍ਰੰਥ, ਇਸ ਕਰਕੇ ਮੈਂ ਇਹ ਦਿਖਾਉਣਾ ਚਾਹੁੰਦਾ ਕਿ ਦਸਮ ਗ੍ਰੰਥ ਜਿਹੜਾ ਹੈਗਾ ਇਹ ਸੰਪੂਰਨ ਕਵੀਆਂ ਦੀ ਬਾਣੀ ਕਿਤੇ ਨਹੀਂ ਹੈ। ਇਹ ਸੰਪੂਰਨ ਹੀ ਦਸਮ ਗ੍ਰੰਥ। ਦੈਟ ਇਜ਼ ਦ ਵਨ ਵੀ ਹੈਵ ਟੂ ਪ੍ਰੂਵ। ਠੀਕ ਹੈ ਰਾਜਾ ਸਾਹਿਬ, ਇਹਦੇ ਚ ਕਿਹੜੀਆਂ ਬਾਣੀਆਂ ਥੋੜਾ ਉਹਨਾਂ ਚ ਇੱਕ ਦੋ ਲਾਈਨਾਂ ਚ? ਅੱਛਾ, ਸਵਾਲ ਤਾਂ ਇਹ ਹੈ ਕਿ ਦਸਮ ਗ੍ਰੰਥ ਦੇ ਵਿੱਚ ਕਿ ਸਭ ਤੋਂ ਪਹਿਲੇ ਸਾਡੇ ਪਾਸ ਪ੍ਰੂਫ ਹੈ ਜਿਹੜੇ ਕਿ ਕੋਈ ਨਹੀਂ ਬੋਲਦਾ ਪਰ ਸਾਨੂੰ ਕਹਿਣਾ ਚਾਹੀਦਾ ਹੈ ਜੀ। ਮੈਂ ਇਸ ਕਰਕੇ ਪੰਡਿਤ ਸਰੋਤਮ ਹੋਰਾਂ ਦੇ ਅੰਗਰੇਜ਼ਾਂ ਤੋਂ ਪਹਿਲਾਂ ਆਏ ਥੇ ਸਾਰੇ ਗ੍ਰੰਥ ਪਏ ਨੇ, ਉਹਨਾਂ ਦੇ ਵਿੱਚ ਲਿਖਿਆ। ਤਾਂ ਉਹਦੇ ਵਿੱਚ ਲਿਖਿਆ ਹੈ ਕਿ ਭਾਈ ਚੱਪਾ ਸਿੰਘ
ਜਿਹਨੂੰ ਚੌਪਾ ਸਿੰਘ ਹੀ ਕਹੀ ਜਾਂਦੇ ਨੇ ਅਨਪੜ੍ਹ ਸਿੱਖ। ਹਾਂਜੀ। ਦੱਸੋ ਕਿ ਜਿਹਦਾ ਨਾਮ ਚੰਪਾ ਕਿਆ ਹੈ? ਚੰਪਾ ਦਾ ਇੱਕ ਕਲੀ ਹੁੰਦੀ ਹੈ, ਉਹਦੇ ਨਾਮ ਦੇ ਪਿੱਛੇ ਮਾਤਾ ਪਿਤਾ ਨੇ ਨਾਮ ਚੰਪਾ ਰੱਖਿਆ, ਉਹਨੂੰ ਚੌਪਾ ਸਿੰਘ ਹੀ ਕਹੀ ਜਾਂਦੇ ਨੇ। ਇਹ ਜਿਹੜੇ ਤਾਂ ਸਾਡੇ ਪੜ੍ਹੇ ਲਿਖੇ ਗਿਆਨੀ ਨੇ ਜੀ। ਤਾਂ ਚੰਪਾ ਸਿੰਘ ਜਿਹੜਾ ਹੈਗਾ ਉਹ ਲਿਖਦਾ ਹੈ ਕਿ ਮੈਂ ਗੁਰੂ ਸਾਹਿਬ ਦਾ ਖਿਲਾਵਾ ਸੀ। ਖਿਲਾਵੇ ਦਾ ਮਤਲਬ ਹੈ ਕਿ ਮੈਂ ਬੇਬੀ ਸਿਟਰ ਸੀ। ਤਾਂ ਉਹ ਚੰਪਾ ਸਿੰਘ ਕਹਿੰਦਾ ਹੈ ਕਿ ਉਹ ਆਪਣੇ ਰਹਿਤਨਾਮੇ 'ਚ ਲਿਖਦਾ ਹੈ ਕਿ ਫਲਾਣੀ ਤਾਰੀਖ ਨੂੰ ਉਹਨੇ ਡੇਟ ਵਗੈਰਾ ਲਿਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਾਪ ਸਾਹਿਬ ਬਣਾਇਆ। ਫਿਰ ਇਹ ਵੀ ਲਿਖਿਆ ਹੈ ਕਿ ਮੈਂ ਅਕਾਲ ਸੁੱਧ ਵੀ ਗੁਰੂ ਸਾਹਿਬ ਨੇ। ਉਹ 4-5 ਬਾਣੀਆਂ ਦਾ ਜ਼ਿਕਰ ਹੈਗਾ ਉਹਦੇ 'ਚ। ਨਹੀਂ, ਮੈਂ ਰਾਜਾ ਸਾਹਿਬ ਇਹ ਕਹਿ ਰਿਹਾ ਸੀ ਕਿ ਜਿਹੜੇ ਵੱਖਰੇ ਵੱਖਰੇ ਗ੍ਰੰਥ ਹੈਗੇ ਆ, ਤੁਹਾਨੂੰ ਸਾਰਾ ਪਤਾ ਹੈ ਨਾ, ਤਾਂ ਮੈਂ ਤੁਹਾਨੂੰ ਯਾਦ ਕਰਾ ਰਿਹਾ ਕਿ ਜਦ ਉਹ ਸਾਰਾ ਲਿਖਿਆ ਹੋਇਆ ਹੈ ਤਾਂ ਇਹ ਨਹੀਂ ਹੈ ਕਿ ਮੈਂ ਕੰਕੌਕਟ ਕਰ ਰਿਹਾ, ਤੁਸੀਂ ਪ੍ਰੂਫ ਚਾਹੁੰਦੇ ਹੋ। ਨਹੀਂ, ਜੋ ਤੁਸੀਂ ਕਹਿ ਰਹੇ ਹੋ ਅਸੀਂ ਉਸ ਨੂੰ ਬਿਲਕੁਲ ਲੈ ਰਹੇ ਹਾਂ। ਸੋ ਇਹਦੇ ਵਿੱਚ ਮੁਖਤਸਰ ਤੌਰ ਤੇ ਬਾਣੀਆਂ ਕਿਹੜੇ ਗ੍ਰੰਥ ਹੈ? ਕਿਉਂਕਿ ਦਸਮ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਗ੍ਰੰਥ ਹੈ, ਪਰ ਇਹ ਚੋਕੇ ਵੱਖ-ਵੱਖ ਗ੍ਰੰਥਾਂ ਦਾ ਸਮੂਹ ਹੈ। ਉਹਦੇ ਵਿੱਚ ਅੰਤਰ ਕਿਹੜੇ ਗ੍ਰੰਥ ਹੈ? ਛੋਟੀਆਂ ਗ੍ਰੰਥੀਆਂ ਨੇ। ਹਾਂਜੀ, ਕਿਹੜੇ ਜੀ ਉਹਦੇ ਵਿੱਚ ਅਸੀਂ 6 ਹਿੱਸੇ ਕਰ ਸਕਦੇ ਹਾਂ। ਉਹਨਾਂ ਦੇ ਵਿੱਚ ਜੀ ਵਿਚਿੱਤਰ ਨਾਟਕ। ਹਾਂਜੀ। ਵਿਚਿੱਤਰ ਨਾਟਕ ਗੁਰੂ ਸਾਹਿਬ ਨੇ ਕਿਉਂ ਕਿਹਾ? ਹਾਂਜੀ। ਕਿਉਂਕਿ ਵਿਚਿੱਤਰ ਨਾਟਕ ਤਾਂ ਉਹਨਾਂ ਨੇ ਆਪਣੇ ਅਵਤਾਰ ਦੇ ਬਾਰੇ ਕਿਹਾ ਜੀ, ਅਤੇ ਆਪਣੇ ਜਿੰਨੇ ਵੀ 24 ਅਵਤਾਰ ਹੋਰ ਥੇ ਉਹਨਾਂ ਨੂੰ ਵੀ ਵਿਚਿੱਤਰ ਨਾਟਕ ਕਿਹਾ। ਇਹ ਨਹੀਂ ਹੈ। ਹਾਂਜੀ। ਉੱਥੇ ਵੀ ਕ੍ਰਿਸ਼ਨ ਅਵਤਾਰ, ਰਾਮਾ ਅਵਤਾਰ ਵਗੈਰਾ ਸਾਰਿਆਂ ਦੇ ਵਿਚਿੱਤਰ ਨਾਟਕ ਹੀ ਲਿਖੇ ਹੋਏ ਆ। ਵਿਚਿੱਤਰ ਨਾਟਕ ਗ੍ਰੰਥ ਦਾ ਹਿੱਸਾ ਹੈ ਸਾਰਾ ਵਿਚਿੱਤਰ ਨਾਟਕ। ਪਰ ਜਿੱਥੇ ਗੁਰੂ ਸਾਹਿਬ ਨੇ ਆਪਣੇ ਤਾਂ ਅਸੀਂ ਕਰਕੇ ਜਿਹੜੇ ਨਿਰਮਲੇ ਸੰਪਰਦਾਇ ਦੇ, ਉਦਾਸੀ ਸੰਪਰਦਾਇ ਦੇ ਨੇ, ਅਸੀਂ ਕਹਿੰਦੇ ਕਿ ਇਹ ਗੁਰੂ ਦਾ ਆਪਣੀ ਕਥਾ ਖਾਣੋ। ਅਤੇ ਗੁਰੂ ਸਾਹਿਬ ਕਹਿੰਦੇ ਸੋਢੀ ਵੰਸ਼ ਉਪਰਿਓ ਜਹਾਂ, ਤਾਂ ਗੁਰੂ ਗੋਬਿੰਦ ਸਿੰਘ ਜੀ ਸੋਢੀ ਵੰਸ਼ ਦੀ ਕਥਾ ਆਪ ਦੱਸ ਰਹੇ ਨੇ। ਉਹ ਵਿਚਿੱਤਰ ਨਾਟਕ ਹੈ, ਪਰ ਉਹ ਹੈ ਵਿਚਿੱਤਰ ਨਾਟਕ ਦੇ ਵਿੱਚ। ਬਿਲਕੁਲ। ਹਾਂਜੀ, ਠੀਕ ਹੈ। ਸੋ ਇਸ ਕਰਕੇ ਉਹ ਵਿਚਿੱਤਰ ਨਾਟਕ ਇੱਕ ਗ੍ਰੰਥ ਅਗਰ ਲਹਿਦਾ ਤੁਸੀਂ ਬਾਈਂਡਿੰਗ ਚ ਲਹਿਦਾ ਕਰਤੇ ਲਹਿਦਾ ਵੱਖਰੇ ਗ੍ਰੰਥ, ਪਰ ਉਹ ਇਸ ਕਰਕੇ ਸਾਰਾ ਜਿਹੜੇ including ਗੁਰੂ ਸਾਹਿਬ ਦੇ ਚਰਿੱਤਰ ਐਂਡ ਵਿਸ਼ਨੂੰ ਦੇ ਚਰਿੱਤਰ, 24 ਅਵਤਾਰ ਬ੍ਰਹਮਾ ਦੇ 24 ਅਵਤਾਰ ਦਾ ਵਿਸ਼ਨੂੰ ਦੇ ਹੋ ਗਏ, ਪਰ ਬ੍ਰਹਮਾ ਦੇ 7 ਅਵਤਾਰ ਨੇ ਔਰ ਸ਼ਿਵ ਜੀ ਦੇ ਅਵਤਾਰ ਨੇ। ਉਹ ਸਾਰੇ ਵਿਚਿੱਤਰ ਨਾਟਕ ਹੈ। ਜੀ, ਠੀਕ ਹੈ। ਅਵਤਾਰ ਸਾਰੇ ਮਿਲਾ ਕੇ। ਹਾਂਜੀ। ਜਿਹੜਾ ਜਦ ਤੁਸੀਂ ਦੇਖੋਗੇ ਤਾਂ ਖਾਸ ਕਰਕੇ ਇੱਕ ਚੀਜ਼ ਦਾ ਧਿਆਨ ਮੈਂ ਤੁਹਾਨੂੰ ਦਿਵਾਉਣਾ ਚਾਹੁੰਦਾ ਕਿ ਜਦ ਸ਼ਿਵ ਜੀ ਦੇ ਅਵਤਾਰ ਦਾ ਜ਼ਿਕਰ ਹੈ, ਉੱਥੇ ਹੀ ਫਿਰ ਗੋਰਖਨਾਥ, ਚੰਦਰਨਾਥ ਵਗੈਰਾ ਸਾਰਿਆਂ ਦੀ ਉਹਨਾਂ ਦੀ ਕਥਾ ਹੁੰਦੀ ਹੈ, ਕਿਉਂਕਿ ਸ਼ਿਵ ਜੀ ਤੋਂ ਨਿਕਲੀ। ਹਾਂਜੀ। ਜਿਹੜਾ ਗੋਰਖਪੰਥ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸਾਰੇ ਸਿੱਧ ਗੋਸ਼ਟ ਵਗੈਰਾ ਸਾਰਾ ਗੁਰੂ ਨਾਨਕ ਦੇਵ ਜੀ ਦਾ ਹੋਇਆ, ਇਹ ਉਸਦੇ ਨਾਲ ਸੰਬੰਧ ਹੈ। ਦਸਮ ਗ੍ਰੰਥ ਦੀ ਲੋੜ ਕੀ ਹੈ? ਪਹਿਲਾਂ ਦਸਮ ਗ੍ਰੰਥ ਦੀ ਇਹ ਲੋੜ ਹੈ ਕਿ ਪਹਿਲਾਂ ਤਾਂ ਸਾਡਾ ਸਿੰਘ ਜਿਹੜਾ ਹੈਗਾ, ਜਿਹੜੀ ਸਾਡੀ ਬਾੜ ਹੈ, ਉਹੀ ਨਹੀਂ ਰਹਿ ਸਕਦੀ ਅਗਰ ਸਾਡਾ ਕੋਈ ਜਿਸਨੇ ਇਹਦੇ ਸਾਥ ਔਥਨ ਕੀਤਾ ਹੋਇਆ ਤਾਂ ਪਹਿਲਾਂ ਤੁਹਾਨੂੰ ਦਸਮ ਗ੍ਰੰਥ ਮੰਨਣਾ ਪਏਗਾ। ਤੇ ਜਿਹੜਾ ਇਹਦਾ ਵਿਰੋਧ ਕਰਦੇ ਉਹਨਾਂ ਬਾਰੇ ਜਿਹੜਾ ਵਿਰੋਧ ਹੈ ਉਹਨਾਂ ਨੂੰ ਅਸੀਂ ਇਹੀ ਕਹਿੰਦੇ, ਗਿਆਨੀ ਨੇ, ਉਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ। ਅੱਛਾ ਰਾਜਾ ਸਾਹਿਬ, ਇਹ ਹੈ ਕਿ ਜਿਵੇਂ ਕੇਸਰ ਸਿੰਘ ਛਿੱਬਰ ਦਾ ਸਾਡੇ ਕੋਲ ਹੈਗਾ ਬੰਸਾਵਲੀਨਾਮਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਦਸਮ ਪਾਤਸ਼ਾਹ ਦੇ ਕੋਲ ਪੋਥੀਆਂ ਪਈਆਂ ਸੀ ਦਸਮ ਗ੍ਰੰਥ ਦੀਆਂ, ਔਰ ਸਿੰਘਾਂ ਨੇ ਕਿਹਾ ਕਿ ਅਸੀਂ ਇਹਨੂੰ ਇਕੱਠੀਆਂ ਕਰ ਦਈਏ। ਤਾਂ ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਇਹ ਮੇਰੀ ਖੇਡ ਹੈ, ਜੁਦਾ ਹੀ ਰਹੇਗੀ। ਗੁਰੂ ਤਾਂ ਹੈ ਇਹ। ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਕੇ ਕੇਸਰ ਸਿੰਘ ਛਿੱਬਰ ਕਹਿੰਦਾ ਮੈਨੂੰ ਸਮਝ ਆ ਗਈ ਕਿ ਸਾਡਾ ਬਾਪ ਤਾਂ ਗੁਰੂ ਗ੍ਰੰਥ ਸਾਹਿਬ ਹੈ ਤੇ ਇਹ ਦਸਮ ਗ੍ਰੰਥ ਸਾਡਾ ਚਾਚਾ ਤਾਇਆ ਜਿਸ ਤਰ੍ਹਾਂ ਉਦਾਂ ਦਾ ਹੈਗਾ। ਉਹਨਾਂ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਤੇ ਹੁਣ ਅੱਜ ਦੀ ਤਾਰੀਖ ਦੇ ਵਿੱਚ ਇਹ ਲੋਕਾਂ ਨੂੰ ਇਹਦੀ ਅਹਿਮੀਅਤ ਦੱਸਣ ਲਈ ਕਿ ਇਹ ਹੈਗਾ, ਜਾਂ ਤਾਂ ਉਹ ਪੜ੍ਹਨ, ਦੂਜੇ ਪਾਸੇ ਹੈਗਾ ਕਿ ਇਹਦੇ ਬਾਰੇ ਅਸੀਂ ਕੀ ਕਰ ਸਕਦੇ ਹਾਂ। ਤੁਸੀਂ ਥੋੜੇ ਜਿਹੇ ਲਫ਼ਜ਼ਾਂ ਜਿਹੜਾ ਸਭ ਤੋਂ ਵੱਧ ਇਤਰਾਜ਼ ਇਹ ਕਰਦੇ ਆ, ਉਹ ਕਰਦੇ ਹੈਗੇ ਆ ਚਰਿਤਰੋਪਾਖਿਆਨ ਦੇ ਉੱਤੇ। ਹਾਂ, ਮੈਨੂੰ ਪਤਾ। ਉਹਦੇ ਤੇ ਤੁਸੀਂ ਕੁਝ ਥੋੜੇ ਜਿਹੇ, ਕਿਉਂਕਿ ਅਸੀਂ ਫਿਰ ਕਿਸੇ ਹੋਰ ਵੇਲੇ ਤੁਹਾਡੇ ਕੋਲੋਂ ਹਰ ਬਾਣੀ ਦੇ ਬਾਰੇ ਵਿਸਤਾਰ ਸਹਿਤ ਲਵਾਂਗੇ, ਜਾਂ ਤਾਂ ਤੁਸੀਂ ਚਰਿਤਰੋਪਾਖਿਆਨ ਤੇ ਜਾਂ ਬੇਨਤੀ ਚੌਪਈ ਦੇ ਉੱਤੇ ਅਗਰ ਤੁਸੀਂ ਥੋੜਾ ਦੱਸ ਸਕੋ। ਇਹ ਦੋ ਬਾਣੀਆਂ ਜਿਹਦਾ ਤੇ ਇਹਨਾਂ ਦਾ ਜ਼ਿਆਦਾ ਇਤਰਾਜ਼ ਹੈ। ਮੈਨੂੰ ਜੋ ਲੱਗਦਾ ਹੈ, ਜੋ ਮੇਰੇ ਕੋਲੋਂ ਕਿਸੇ ਨੇ ਪੁੱਛਿਆ ਸੀ ਕਿ ਜੇ ਦਸਮ ਗ੍ਰੰਥ ਨਾ ਹੋਏ, ਖਾਲੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਕੰਮ ਸਰਦਾ,
ਮੈਂ ਕਿਹਾ ਬਿਲਕੁਲ ਸਰਦਾ ਇਦਾਂ ਹੀ ਹੈ, ਕਿਸੇ ਨੂੰ ਸਾਈਕਲ ਦੇ ਦਿਓ ਕਾਠੀ ਲਾ ਦਿਓ, ਉਦਾਂ ਹੀ ਹੈ ਸਾਈਕਲ ਚਲਾਣੀ ਬਗੈਰ ਕਾਠੀ ਦੇ। ਤੇ ਇਹਦੇ ਦੋਨਾਂ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਬੇਨਤੀ ਚੌਪਈ ਔਰ ਚਰਿੱਤਰੋਪਾਖਿਆਨ, ਇਹਨਾਂ ਦੀ ਲੋੜ ਕੀ ਹੈ, ਇਹਨਾਂ ਦੀ ਇੰਪੋਰਟੈਂਸ ਕੀ ਹੈ, ਇਹ ਕੀ ਮਤਲਬ ਕੀ ਸੀ? ਲੋ ਜੀ ਹੁਣੇ ਸੁਣ ਲਓ ਜੀ। ਔਰ ਇਹਦੀ ਮੋਹਰ ਅਸੀਂ ਤੁਹਾਨੂੰ ਲਗਾ ਦਿੰਦੇ ਇੱਕ ਕਿ ਪਹਿਲਾਂ ਚਰਿੱਤਰੋਪਾਖਿਆਨ ਤੋਂ ਵੱਖਰਾ ਜਿਹੜਾ ਹੈਗਾ ਹੈ ਜੀ, ਬੇਨਤੀ ਚੌਥੀ ਉਸ ਤੋਂ ਵੱਖਰੀ ਨਹੀਂ ਹੈ, ਉਹਦਾ ਪਾਰਟ ਐਂਡ ਪਾਰਸਲ ਹੈ। ਜੀ ਜੀ ਬਿਲਕੁਲ। ਕਿਉਂਕਿ 405 ਚਰਿੱਤਰ ਨੇ ਜੀ, ਔਰ 405 ਚਰਿੱਤਰ ਦੇ ਵਿੱਚ ਅਖੀਰਲਾ ਚਰਿੱਤਰ ਹੀ ਇਹ ਬੇਨਤੀ ਚੌਪੀ ਦਾ ਅਖੀਰਲਾ ਸ਼ਬਦ ਹੈ। ਹਾਂਜੀ ਹਾਂਜੀ। ਜਿਸ ਦੇ 5777 ਸ਼ਲੋਕ ਨੇ ਜੀ। ਤਾਂ ਗੁਰੂ ਸਾਹਿਬ ਦਾ ਆਪ ਮੋਹਰ ਲਾਤੀ, ਜਦ ਇਹਨੂੰ ਪੰਜ ਅੰਮ੍ਰਿਤ ਪੰਜ ਕਰਤੇ, ਤਾਂ ਤੁਸੀਂ ਇਹਨੂੰ ਕਿਵੇਂ ਰਿਜੈਕਟ ਕਰੋਗੇ? ਜੀ ਜੀ। ਅਤੇ ਅਗਰ ਤੁਸੀਂ ਇਹ ਤਾਂ ਚਰਿੱਤਰੋਪਾਖਿਆਨ ਤੁਸੀਂ ਪਹਿਲਾਂ ਤਾਂ ਬੇਨਤੀ ਚੌਪੀ ਨੂੰ ਨਹੀਂ ਰਿਜੈਕਟ ਕਰ ਸਕਦੇ ਕਿਉਂਕਿ ਉਹ ਤਾਂ ਮੋਹਰ ਲੱਗੀ ਗਈ, ਪਰ ਉਹ ਅਖੀਰ ਦੇ ਵਿੱਚ ਦੇ ਨੰਬਰ ਜਿਹੜੇ ਸ਼ਲੋਕ ਦੇ ਨੰਬਰ ਹੋਣਗੇ 5777, ਉਹ ਗੁਰੂ ਸਾਹਿਬ ਇਨਕਲੂਡ ਦ ਹੋਲ ਚਰਿੱਤਰ 405 ਦੇ। ਇਸ ਕਰਕੇ ਜਿਹੜੇ ਤੁਸੀਂ ਚਰਿੱਤਰਾਂ ਦੀ ਗੱਲ ਕਰਦੇ ਹੋ ਕਿ ਉਹ ਅਸ਼ਲੀਲ ਨੇ ਹੋਰ ਨੇ, ਉਹ ਸਾਰੀ ਫਿਰ ਗੁਰੂ ਸਾਹਿਬ ਦੇ ਨੇ ਮੋਹਰ ਲੱਗੀ ਹੋਈ ਅਖੀਰ 'ਚ, ਤੁਸੀਂ ਉਹਨਾਂ ਖੰਡਨ ਕਿਵੇਂ ਕਰ ਸਕਦੇ ਹੋ? ਤੁਹਾਨੂੰ ਆਪ ਹੀ ਨਹੀਂ ਪੜਿਆ ਜਿਹੜੇ ਕਰਦੇ ਨੇ, ਇਸ ਕਰਕੇ ਉਹ ਇਸ ਤਰੀਕੇ ਨਾਲ ਗੱਲ ਕਰਦੇ ਨੇ। ਕਿਉਂਕਿ ਜਿਹੜਾ ਵੀ ਉਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਉਹ ਹਵਾਲੇ ਦਿੱਤੇ ਹੈ ਜਿਨ੍ਹਾਂ ਦੇ ਵਿਆਖਿਆ ਦਸਮ ਗ੍ਰੰਥ ਵਿੱਚ ਹੈ, ਪਰ ਉਹਨਾਂ ਦੇ ਹਵਾਲੇ ਹੈਗੇ, ਇਹਦਾ ਮਤਲਬ ਗੁਰੂ ਸਾਹਿਬ ਜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਇਹ ਸਮਝਦੇ ਸੀ ਕਿ ਇਹ ਹਵਾਲਾ ਹੀ ਕਾਫੀ ਹੈ, ਵਿਆਖਿਆ ਨਾ ਕਰਨੀ, ਤਾਂ ਕੀ ਲੋੜ ਪੈ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਉਹਦੀ ਵਿਆਖਿਆ ਦੇ ਵਿੱਚ ਫਿਰ ਗ੍ਰੰਥ ਵੱਖਰਾ ਲਿਖਦੇ? ਹਾਂ, ਪਹਿਲਾਂ ਤਾਂ ਇੱਕ ਗੱਲ ਹੈ ਕਿ ਜਿਹੜੀ ਤੁਸੀਂ ਇਹ ਕਹਿੰਦੇ ਹੋ ਕਿ ਅੱਗੇ ਲੋੜ ਨਹੀਂ ਸੀ, ਮੈਂ ਕਿਹਾ ਅੱਜ ਇੱਕ ਮੈਂ ਤੁਕ ਬੋਲਦਾ ਉਹਦੇ 10 ਵਾਰੀ ਤੁਸੀਂ ਸਵਾਲ ਉੱਠਦਾਂਗੇ ਹੋ। ਇਹ ਨਹੀਂ ਹੋ ਸਕਦਾ ਕਿ ਕਿਸੇ ਨੂੰ ਲੋੜ ਨਹੀਂ ਸੀ ਫਿਰ ਵੀ ਲੋੜ ਹੋਣੀ ਸੀ, ਪਰ ਉਸ ਵਾਰ ਗੁਰੂ ਸਾਹਿਬ ਆਪ ਹੀ ਗੁਰਬਾਣੀ 'ਚ ਕਹਿੰਦੇ ਨੇ, ਮਹਾਂਪੁਰਖਾ ਬੋਲਣਾ ਕਿਸੇ ਪਰਥਾਏ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਸੋ ਪਰਥਾਏ ਅਨੁਸਾਰ ਗੁਰੂ ਸਾਹਿਬ ਨੇ 19 ਟੂਕ ਦੱਸਤੀ ਜੀ, ਪਰ ਉਸ ਪਰਥਾਏ ਮੁਤਾਬਕ ਦੱਸੀ, ਪਰ ਸਾਰਾ ਜਿਹੜਾ ਹੈਗਾ ਪ੍ਰਸੰਗ ਉਹ ਅਗਰ ਮੈਂ ਕਿਸੇ ਦਾ ਵੇਰਵਾ ਦੱਸਦਾ ਤਾਂ ਇਹਦਾ ਮਤਲਬ ਹੈ ਕਿ ਸਾਰਾ ਪ੍ਰਸੰਗ ਹੀ ਆ ਗਿਆ। ਪਰ ਪ੍ਰਸ਼ਨ ਕਰਨ ਵਾਸਤੇ ਤਾਂ ਜਿਸਨੇ ਪ੍ਰਸ਼ਨ ਕਰਨੇ ਤਾਂ ਇਸ ਕਰਕੇ ਬਾਅਦ ਦੇ ਵਿੱਚ ਵੀ ਪ੍ਰਸ਼ਨ ਦੱਸਵੇਂ ਗੁਰੂ ਦੇ ਪਾਸ ਜਦ ਇਸ ਤਰ੍ਹਾਂ ਆਉਣ ਲੱਗੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਫਿਰ ਇਹਨਾਂ ਨੂੰ ਅਗਰ ਕਿਤੇ ਰਾਮ ਦਾ ਜ਼ਿਕਰ ਆ ਗਿਆ, ਕਿਤੇ ਕ੍ਰਿਸ਼ਨ ਦਾ ਆ ਗਿਆ, ਕਿਤੇ ਦ੍ਰੋਪਦੀ ਦਾ ਆ ਗਿਆ, ਕਿਤੇ ਫਲਾਣਾ ਆ ਗਿਆ, ਟਿਮਕਾ ਆ ਗਿਆ, ਤਾਂ ਸਾਰੇ ਭਗਤਾਂ ਦੀ ਆ ਗਿਆ, ਤਾਂ ਸਾਰਿਆਂ ਦੇ ਵਾਸਤੇ ਤਾਂ ਫਿਰ ਉਹਨਾਂ ਦੀ ਜਿਹੜੀ ਕਥਾ ਹੈ ਉਹ ਵੀ ਸਾਰੇ ਗੁਰਮੁਖੀ ਟ੍ਰਾਂਸਲੇਸ਼ਨ ਹੋ ਜਾਏ, ਗੁਰਮੁਖੀ ਲਿਖੇ ਜਾਣ ਦਸਤੀ ਕੇ ਸਾਥ, ਕਿਉਂਕਿ ਉਸ ਜ਼ਮਾਨੇ 'ਚ ਹੋਰ ਤਾਂ ਥੀ ਨਹੀਂ ਕਿ ਉਹਨਾਂ ਦੀ ਵਾਕਫੀਅਤ ਹੋ ਜਾਏ। ਤੇ ਸ਼ਸਤਰਨਾਮਾ ਦੀ ਕੀ ਇੰਪੋਰਟੈਂਸ ਹੈ? ਹਾਂ, ਸ਼ਸਤਰਨਾਮਾ ਦੀ ਇੰਪੋਰਟੈਂਸ ਇਹ ਹੈ ਕਿ ਜਦ ਗੁਰੂ ਸਾਹਿਬ ਨੇ ਯੁੱਧ ਦੇ ਵਾਸਤੇ ਕਹਿੰਦਾ ਹੈ ਕਿ ਮੈਂ ਯੁੱਧ ਵਾਸਤੇ ਕਿ ਧਰਮ ਕਿ ਅਸੀਂ ਧਰਮ ਵਾਸਤੇ ਜੀ दसम कथा भगवत की भागा करी बनाए अवर वासना नाय को धर्म युद्ध के चाहे। अगर युद्ध करोगे तो अगर ਤੁਹਾਨੂੰ ਸ਼ਾਸਤਰਾਂ ਦਾ ਹੀ ਨਹੀਂ ਪਤਾ, ਤੁਹਾਡੇ ਨਾਮਾਂ ਦਾ ਹੀ ਨਹੀਂ ਪਤਾ, ਅਗਰ ਸ਼ਾਸਤਰਾਂ ਦਾ ਲੈਣੇ ਤਾਂ ਗੱਲ ਦੂਰ ਰਹੀ, ਤਾਂ ਤੁਸੀਂ ਸ਼ਾਸਤਰ ਵਰਤੋਗੇ ਕਿਵੇਂ? ਤਾਂ ਇਸ ਕਰਕੇ ਗੁਰੂ ਸਾਹਿਬ ਨੇ ਸ਼ਾਸਤਰਨਾਮਾ ਇਸੇ ਕਰਕੇ ਲਿਖਿਆ ਕਿ ਤੁਸੀਂ ਜਦ ਤੁਹਾਨੂੰ ਯੋਧੇ ਬਣਾਏ ਹੋ ਤਾਂ ਫਿਰ ਤੁਹਾਨੂੰ ਸ਼ਾਸਤਰਾਂ ਦਾ ਪਤਾ ਵੀ ਹੋਣਾ ਚਾਹੀਦਾ, ਉਹਨਾਂ ਦਾ ਨਾਮ ਦਾ ਵੀ ਪਤਾ ਹੋਣਾ ਚਾਹੀਦਾ, ਉਹਨਾਂ ਦੀ ਯੂਟਿਲਿਟੀ ਵੈਲਿਊ ਦਾ ਵੀ ਪਤਾ ਹੋਣਾ ਚਾਹੀਦਾ, ਤਾਂ ਸ਼ਾਸਤਰਨਾਮਾ ਇੰਪੋਰਟੈਂਟ ਹੈ। ਜਿਹੜੇ ਪੁਰਾਣਕ ਚਰਿੱਤਰ ਨੂੰ ਲੈ ਕੇ ਗੁਰੂ ਸਾਹਿਬ ਨੇ 3 ਵਾਰੀ ਦੁਰਗਾ ਦਾ, ਚੰਡੀ ਦਾ ਜ਼ਿਕਰ ਕੀਤਾ, ਚੰਡੀ ਦੀ ਵਾਰ ਔਰ ਵਾਰ ਸ੍ਰੀ ਭਗਵਤੀ ਜੀ ਕੀ, ਇੱਕੋ ਚਰਿੱਤਰ ਨੂੰ ਲੈ ਕੇ 3 ਵਾਰੀ ਕਿਉਂ ਕੀਤੀਆਂ? ਇਹ 4 ਰਚਨਾ ਇਹ ਕਿਉਂ ਕੀਤੀਆਂ ਗਈਆਂ? ਹਾਂ, ਇਹ 4 ਰਚਨਾ ਕੀਤੀਆਂ ਕਿ ਭਾਈ ਹਿੰਦੁਸਤਾਨ ਤੁਸੀਂ ਕਿ ਮਰਦ ਇਹੋ ਜਿਹੇ ਹੋ ਗਏ ਕਿ ਤੁਸੀਂ ਕਿ ਇੱਕ ਵੀ ਖੜਾ ਨਹੀਂ ਹੋ ਸਕਦਾ ਔਰੰਗਜ਼ੇਬ ਦੇ ਇਸ ਤਲਵਾਰ ਦੇ ਸਾਹਮਣੇ ਜੀ ਜੀ, ਕਿ ਤੁਸੀਂ ਕਹਿੰਦੇ ਕਿ ਆਪਣੀ ਸਾਰੀ ਸਿਵਲਾਈਜੇਸ਼ਨ ਹੀ ਖਤਮ ਹੋ ਜਾਏ ਜੀ ਜੀ, ਤਾਂ ਕਹਿੰਦੇ ਤੁਸੀਂ ਤਾਂ ਤੀਵੀਆਂ ਨਾਲ ਵੀ ਗਏ ਹੋਏ, ਜਿਹੜੇ ਭਾਰਤ ਦੀ ਲਿਟਰੇਚਰ ਦੇ ਵਿੱਚ ਤੀਵੀਆਂ ਦੇ ਵਿੱਚ ਦੁਰਗਾ ਵਗੈਰਾ ਦੇ ਹੈ ਕਿ ਉਹ ਸਾਰੇ ਦੇਵਤਾ ਵੀ ਉਹਦੇ ਵਾਸਤੇ ਫਿਰ ਤੀਵੀਂ ਦੇ ਮਗਰ ਪਏ ਕਿ ਜੇ ਤੂੰ ਸਾਡੀ ਰੱਖਿਆ ਕਰ, ਤਾਂ ਕਹਿਣ ਲੱਗੇ ਗੁਰੂ ਸਾਹਿਬ ਕਹਿਣ ਲੱਗੇ ਮੈਂ ਤੁਹਾਨੂੰ ਦਿਖਾਵਾਂ ਕਿ ਤੀਵੀਆਂ ਕੈਸੀਆਂ ਥੀਆਂ ਉਸ ਵੇਲੇ, ਜਿਹੜੇ ਕਿ ਤੁਸੀਂ ਦੇਵਤਾ ਵੀ ਉਹਦੇ ਮਗਰ ਪਏ ਕਿ ਤੁਸੀਂ ਇਹੋ ਜਿਹੇ ਬਣੋ ਜਿਹੜੇ ਕਿ ਤੁਸੀਂ ਤੀਵੀਆਂ ਦੇ ਵਰਗੇ ਨਾ ਹੋ, ਤੁਸੀਂ ਕੋਈ ਮਰਦ ਹੋ ਕੇ
ਤੁਸੀਂ ਫਤਿਹ ਕਰ ਸਕੋ। ਇਹ ਨਹੀਂ ਤਾਂ ਜਿਹੜਾ ਪਾਕਿਸਤਾਨ ਹੁਣ 1947 ਚ ਬਣਿਆ, ਇਹ ਪਾਕਿਸਤਾਨ ਔਰੰਗਜ਼ੇਬ ਨੇ ਹੀ ਬਣਾਤਾ ਸੀ। ਅੱਜ ਹਿੰਦੁਸਤਾਨ ਦੇ ਵਿੱਚ ਇੱਕ ਹਿੰਦੂ ਨਾ ਹੁੰਦਾ, ਸਿੱਖ ਦਾ ਕੀ ਹੋਣੇ ਥੇ। ਉਸ ਵੇਲੇ ਹੀ ਸਾਰੇ ਮੁਸਲਮਾਨ ਹੋ ਗਏ ਥੇ। ਉਹ ਲਿਖਿਆ ਨਾ ਭਾਈ ਸੰਤੋਖ ਸਿੰਘ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਦੇਸ਼ ਵਿੱਚ ਏਕਤਾ ਹੋ ਜਾਣੀ ਸੀ। ਛਾਈ ਜਾਤੀ ਏਕਤਾ ਅਨੇਕਤਾ ਬਿਲਾਏ। ਹਾਂ ਠੀਕ ਹੈ। ਸੋ ਸਵਾਲ ਤਾਂ ਇਹੀ ਹੈ ਕਿ ਇਹ ਤਾਂ ਉਸ ਵੇਲੇ ਹੋ ਜਾਂਦਾ। ਤਾਂ ਇਸ ਕਰਕੇ ਉਸ ਵੇਲੇ ਸਾਰੇ ਹਿੰਦੂ ਮੰਨ ਗਏ ਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡਾ ਗੁਰੂ ਹੈ। ਇਹ ਤਾਂ ਅੱਜ ਸਿੱਖਾਂ ਨੇ ਕਰਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡਾ ਗੁਰੂ ਹੈ। ਨਹੀਂ, ਹਿੰਦੂ ਤਾਂ ਸਾਰੇ ਤੁਸੀਂ ਅੱਜ ਸਿੰਧੀਆਂ ਦੇ ਪਾਸੇ ਚਲੇ ਜਾਓ, ਮਹਾਰਾਸ਼ਟਰ ਚਲੇ ਜਾਓ, ਇੱਧਰ ਬਿਹਾਰ ਚਲੇ ਜਾਓ, ਜਿਹੜੇ ਸਾਰੇ ਸਿੱਖ ਹਨਗੇ ਉਹ ਸਾਰੇ ਗੁਰੂ ਤੇਗ ਬਹਾਦਰ ਤੋਂ ਆਪਣਾ ਗੁਰੂ ਮੰਨਦੇ ਨੇ। ਪਰ ਰਾਜਾ ਸਾਹਿਬ ਇਹ ਵੀ ਸੱਚਾਈ ਹੈ ਕਿ ਇਹ ਇਹਨਾਂ ਦੀ ਫਰਾਖਦਿਲੀ ਕਹੋ ਜਾਂ ਕਿਹੜਾ ਲਫ਼ਜ਼ ਵਰਤ ਲਓ, ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਸੜਕ ਨਹੀਂ ਹੈ। ਔਰੰਗਜ਼ੇਬ ਦਾ ਸਨਮਾਨ ਕਰਦਿਆਂ ਹੋਇਆ ਔਰੰਗਜ਼ੇਬ ਰੋਡ ਬਣਾਈ ਹੋਈ ਹੈ ਭਾਰਤ ਸਰਕਾਰ ਨੇ। ਇਹ ਤਾਂ ਜੀ ਫਿਰ ਇਸੀ ਕਰਕੇ ਚਰਿੱਤਰ ਉਪਾਖਿਆਨ ਜ਼ਰੂਰ ਹੈ ਕਿ ਚਰਿੱਤਰ ਦਾ ਅਰਥ ਇਹ ਨਹੀਂ ਹੈ ਇਸਤਰੀ ਚਿੱਤਰ, ਕਿਉਂਕਿ ਗੁਰੂ ਸਾਹਿਬ ਨੇ ਚਰਿੱਤਰ ਜਿਹੜੇ ਲਿਖੇ ਨੇ ਉੱਥੇ ਪੁਰਖ ਚਰਿੱਤਰ ਵੀ ਲਿਖਿਆ ਹੈ, ਇਸਤਰੀ ਚਰਿੱਤਰ ਵੀ ਲਿਖਿਆ ਹੈ। ਔਰ ਚਰਿੱਤਰ ਮੀਨਸ ਕਿ ਡਿਸੈਪਸ਼ਨ। ਸੋ ਚਰਿੱਤਰ ਡਸਨਟ ਓਨਲੀ ਮੀਨ ਕੈਰੈਕਟਰ। ਚਰਿੱਤਰ ਦੇ ਕਈ ਅਰਥ ਨੇ। ਜੀ ਕਿ ਮੈਂ ਜਿਹੜੀ ਤੁਹਾਡੇ ਨਾਲ ਇਹ ਕੀਤਾ ਕਿ ਜੀ ਮੈਂ ਤਾਂ ਪਤਾ ਹੀ ਲੱਗਿਆ, ਮੇਰੇ ਤਾਂ ਇਹ ਜੀ ਚਲਾਕੀ ਕੀਤੀ, ਉਹ ਮੇਰੇ ਸਾਥ ਤਾਂ ਚਰਿੱਤਰ ਖੇਡ ਗਿਆ। ਦੈਟ ਮੀਨਸ ਹੀ ਐਸਾ ਡਿਸੈਪਸ਼ਨ ਕੀਤਾ ਕਿ ਹੀ ਇਜ਼ ਮੇਡ ਅ ਫੂਲ ਆਊਟ ਆਫ ਮੀ। ਦਿਸ ਇਜ਼ ਵਾਟ ਚਰਿੱਤਰ ਆਲਸੋ ਮੀਨਸ। ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ 21ਵਾਂ ਚਰਿੱਤਰ ਹੈ, ਉਹਦੇ ਉੱਤੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਲੋਕਾਂ ਨੇ ਤਾਂ ਸਮਝ ਹੀ ਨਹੀਂ ਆਈ ਕਿ ਗੁਰੂ ਸਾਹਿਬ ਦੇ ਚਰਿੱਤਰ ਕਿਉਂ ਕਹਿੰਦੇ ਨੇ ਕਿ ਚਰਿੱਤਰ ਅਸੀਂ ਮੰਨਦੇ ਨਹੀਂ। ਪਹਿਲਾਂ ਇੱਕ ਮੇਰਾ ਸਾਡਾ ਟਾਈਮ ਹੋ ਗਿਆ ਤੇ ਇਹ ਸਿਰਫ ਇੱਕ ਛੋਟਾ ਜਿਹਾ ਰਹਿ ਗਿਆ। ਚਲੋ ਇਹ ਤੁਹਾਡੇ ਭਾਗਾ ਨਹੀਂ ਆਵਾਂਗੇ ਅਸੀਂ। ਮੇਰਾ ਸਿਰਫ ਅੱਧੇ 10 ਸੈਕਿੰਡ ਦਾ ਹੈਗਾ ਕਿ ਦਸਮ ਪਾਤਸ਼ਾਹ ਦੀ ਬਾਣੀ, ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਿੰਦੂਆਂ ਨੇ ਹੱਥ ਨਹੀਂ ਲਾਇਆ, ਸਿੱਖਾਂ ਨੇ ਛੱਡ ਦਿੱਤਾ। ਇਹ ਜਿਹੜੀ ਅਧੋਗਤੀ ਹੈ ਇਹ ਕੀ ਕਦੇ ਸੁਧਰੇਗੀ? ਕਦੇ ਉਹ ਗੁਰਬਾਣੀ ਦਾ ਪ੍ਰਕਾਸ਼ ਹੋਏਗਾ? ਕੀ ਉਹ ਪਠਨ ਪਾਠਨ ਜਿਹਦੇ ਲਈ ਗੁਰੂ ਸਾਹਿਬ ਨੇ 52 ਕਵੀ ਰੱਖੇ, ਜਿਹਦੇ ਲਈ ਬਨਾਰਸ ਸਿੱਖ ਭੇਜੇ, ਜਿਹਨੂੰ ਉਹਨਾਂ ਨੇ ਵਿਦਿਆ ਦੇ ਲਈ ਕੀਤਾ, ਜਿਸ ਨੂੰ ਕਿਹਾ ਗਿਆ ਭਾਈ ਕਾਹਨ ਸਿੰਘ ਜੀ ਕਹਿੰਦੇ ਹੈ ਕਿ ਸਿੰਘਾਂ ਦੀ ਕਿਰਪਾਨ ਤੇ ਕੜਛੀ ਹਿਲਦੀ ਰਹਿਣੀ ਚਾਹੀਦੀ ਹੈ ਤੇ ਕਲਮ ਤੇ ਤਲਵਾਰ ਕਦੇ ਨਹੀਂ ਸੁੱਕਣੀ ਚਾਹੀਦੀ। ਕਦੇ ਕੀ ਉਹ ਮੌਕਾ ਆਏਗਾ? ਉਹ ਤਾਂ ਜੀ ਕਰਤਾਰ ਦੇ ਪਾਣੀ ਹੈ। ਕਰਤਾਰ ਜਦ ਚਾਹੇਗਾ ਸਭ ਕੁਝ ਹੋ ਜਾਏਗਾ, ਪਰ ਉਹਦੇ ਹੁਕਮ ਦੇ ਬਿਨਾਂ ਕੁਝ ਚੱਲਦਾ ਨਹੀਂ। ਗੱਲ ਤਾਂ ਮੁੱਕਦੀ ਹੈ। ਅਸੀਂ ਅੱਗੇ ਕਹੀਏ ਹੋ ਜਾਏਗਾ, ਮੈਂ ਪੇਸ਼ੀ ਕੋਈ ਕਾਹਦੇ ਵਾਸਤੇ ਕਰਾਂ? ਉਹਦਾ ਕਰਤਾਰ ਜਾਣਾ। ਪਰ ਸਵਾਲ ਇਹ ਹੈ ਕਿ ਧਰਮ ਗੁਰੂ ਨੇ ਆਪ ਜਲਾਇਆ। ਅਸੀਂ ਤਾਂ ਕੋਈ ਹੈ ਨਹੀਂ, ਅਸੀਂ ਤਾਂ ਇੱਕ ਪੌਦੇ ਪਿਆਦੇ ਹਾਂ ਉਹਨਾਂ ਦੇ ਵਿੱਚ। ਤਾਂ ਜਿਸ ਤਰ੍ਹਾਂ ਚਲਾਉਂਦਾ ਤਾਂ ਚੱਲਣਗੇ, ਜਿਸ ਤਰ੍ਹਾਂ ਚਾਹੁੰਦਾ ਹੈ ਉਸੇ ਤਰ੍ਹਾਂ ਹੋ ਜਾਏਗਾ। ਅਸੀਂ ਤਾਂ ਕੁਝ ਵੀ ਨਹੀਂ। ਅਗਰ ਅਸੀਂ ਪਿਆਦੇ ਹੁੰਦੇ ਵੀ, ਅਗਰ ਉਹਨੇ ਨਹੀਂ ਸਾਨੂੰ ਵਰਤਣਾ ਤਾਂ ਫਿਰ ਉਹਦੀ ਮਰਜ਼ੀ। ਸੋ ਸਵਾਲ ਤਾਂ ਇਹ ਹੈ ਕਿ ਪਰ ਇਹ ਜਿਹੜੀ ਗੱਲ ਹੈ ਕਿ ਗੁਰੂ ਸਾਹਿਬ ਨੇ ਤਾਂ ਇਹ ਪੰਥ ਜਿਹੜਾ ਬਣਾਇਆ ਹੈਗਾ, ਇਹਦੇ ਵਿੱਚ 2 ਫੰਗ ਨੇ। ਇੱਕ ਟੰਗ ਦੇ ਉੱਤੇ ਕੋਈ ਨਹੀਂ ਜਾ ਸਕਦਾ, ਇੱਕ ਫੰਗ ਦੇ ਉੱਤੇ ਕੋਈ ਪੰਛੀ ਨਹੀਂ ਉੱਡ ਸਕਦਾ, ਹੈ ਜੀ। ਤਾਂ ਇਸ ਕਰਕੇ 2 ਟੰਗਾਂ ਚਾਹੀਦੀਆਂ, 2 ਬਾਹਾਂ ਚਾਹੀਦੀਆਂ ਨੇ। ਤਾਂ ਇਸ ਕਰਕੇ 2 ਜਿਹੜੇ ਸਿੱਖ ਬਣਾਏ ਔਰ ਸਿੰਘ ਬਣਾਏ ਉਹ ਅੱਡ ਨਹੀਂ ਹਨ, ਉਹ ਇੱਕੋ ਹੀ ਚੀਜ਼ ਹੈ। ਤਾਂ ਕੁਐਸਚਨ ਇਜ਼ ਕਿ ਜਿੱਥੇ ਤੁਹਾਡੀ ਸਿਵਲ ਫੌਜ ਹੈਗੇ, ਸਿਵਲ ਗਵਰਨਮੈਂਟ ਹੈ, ਉੱਥੇ ਤੁਹਾਡੀ ਆਰਮੀ ਵੀ ਉਹਦੀ ਪ੍ਰੋਟੈਕਸ਼ਨ ਵਾਸਤੇ ਹੈ। ਅਗਰ ਤੁਹਾਡੀ ਇਕੱਲੀ ਆਰਮੀ ਹੋਵੇ, ਸਿਵਲ ਨਾ ਹੋਵੇ, ਤਾਂ ਫਿਰ ਆਰਮੀ ਦਾ ਕਿਆ ਮਤਲਬ ਹੈ? ਕਿ ਤੁਸੀਂ ਬਾੜ ਬਣਾਉਂਦੇ ਹੋ ਅਤੇ ਉਹਦੇ ਖੇਤ ਦੇ ਰੱਖੇ ਹੀ ਨਹੀਂ ਹੈ, ਤਾਂ ਬਾੜ ਕਿਸ ਕੰਮ ਦੀ? ਫਿਰ ਤਾਂ ਕੰਡੇ ਹੀ ਕੰਡੇ ਨੇ। ਬਿਲਕੁਲ। ਤਾਂ ਸਿੱਖ ਆਪਸ ਦੇ ਵਿੱਚ ਕੰਡੇ ਲੜੀ ਜਾਣ। ਸਵਾਲ ਤਾਂ ਇਹ ਹੈ ਕਿ ਮੈਂ ਇੱਕ ਇਸ ਕਰਕੇ ਸ਼ੁਰੂ ਦੇ ਵਿੱਚ ਤੁਸੀਂ ਲਿਜਾ ਰਹੇ ਹੋ ਇੱਥੇ ਇਹ ਦੇਖ ਲਓ ਗੁਰੂ ਸਾਹਿਬ ਨੇ ਕੀ ਕਿਹਾ। ਹਾਂਜੀ ਖੋਜੀ ਦਦਮ ਖੋਜ ਛੱਡ ਉਜਾੜ ਤੈਸੇ ਦਿੱਤੀ ਵਾੜ ਨਾਨਕ ਖੇਤ ਨਾ ਛਿੰਜਈ। ਬਿਲਕੁਲ ਠੀਕ ਹੈ। ਅਤੇ ਇਹ ਗੁਰੂ ਸਾਹਿਬ ਦੀ ਤੁਕ ਹੈ। ਹਾਂਜੀ ਮਾਲਾ ਪੰਜਵਾਂ ਇਸੀ ਦਾ ਕ੍ਰਿਸ਼ਨ ਅਵਤਾਰ ਦੇ ਵਿੱਚ ਗੁਰੂ ਸਾਹਿਬ ਆਪ ਹੀ ਕਹਿੰਦੇ ਨੇ ਜੈਸੇ ਬਾੜ ਖੇਤ ਕੇ, ਤਾਂ ਉਹਨਾਂ ਦੇ ਇਹ ਸਾਰਾ ਛੰਦ ਲਿਖਿਆ ਹੋਇਆ ਹੈ, ਇਹ ਵੀ ਤੁਸੀਂ ਪੜ੍ਹੋ। ਤਾਂ ਗੁਰੂ ਸਾਹਿਬ ਨੇ ਸਾਨੂੰ ਖੇਤ ਦਿੱਤਾ, ਤਾਂ ਸਿੱਖੀ ਖੇਤ ਹੈ। ਬਿਲਕੁਲ ਖੇਤ। ਉਹਨਾਂ ਨੇ ਕਿਹਾ ਵੀ ਪੰਥ ਖਾਲਸਾ ਖੇਤ ਬਗੈਰ ਬਾੜ ਦੇ
ਤਾਂ ਉਹਦੇ ਅਟੈਕ ਹੁੰਦਾ ਰਹੂ। ਔਰ ਅਗਰ ਬਾੜ ਰੱਖੀ ਤਾਂ ਫਿਰ ਬਾੜ ਹੀ ਬਾੜ ਨਾ ਰਹੇ ਕਿ ਉਹ ਕੰਡੇ ਹੀ ਚੋਪਦੇ ਰਹਿਣ ਅਤੇ ਤੁਸੀਂ ਪ੍ਰੋਟੈਕਟ ਔਰ ਖੇਤ ਹੀ ਨਾ ਹੋਵੇ। ਸੋ ਦੇ ਹੈਵ ਟੂ ਗੋ ਹੈਂਡ ਇਨ ਗਲਵ। ਅਗਰ ਅਸੀਂ ਦੋਨੋਂ ਨਹੀਂ ਰੱਖਦੇ ਤਾਂ ਫਿਰ ਸਾਡਾ ਪੰਥ ਪੂਰਾ ਨਹੀਂ। ਬਿਲਕੁਲ, ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਨੂੰ ਅਖੀਰ 'ਚ ਉਹ ਲਫ਼ਜ਼ ਆ ਯਾਦ ਆਉਂਦੇ ਹੈ, ਗੁਰੂ ਸਾਹਿਬ ਬਾਰੇ ਕਿਹਾ, ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਸ਼ੇਰ ਮੇਨ ਸਾਧ ਮਨ ਸਾਧ ਮੇਨ ਸ਼ੇਰ ਪਨ, ਦਊ ਪੱਗ ਦੇਖੀਏ ਤਾਂ ਆਪ ਹੀ ਕੇ ਮਗ ਮੇ, ਸਿੱਖ ਜੋ ਤਿਹਾਰੇ ਸੋ ਤੋਂ ਸੰਗਿਆ ਮੈਂ ਸਿੰਘ ਭਇਓ, ਸਮਰ ਮੈਂ ਸਿੰਘ ਭਇਓ, ਸਿੰਘ ਭਇਓ ਜਗ ਮੇ। ਸੋ ਤੁਹਾਡਾ ਰਾਜਾ ਸਾਹਿਬ ਬਹੁਤ ਸਮਾਂ ਲਿਆ, ਅਸੀਂ ਬਹੁਤ ਬਹੁਤ ਮਸ਼ਕੂਰ ਹਾਂ ਤੁਹਾਡੇ। ਔਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਔਰ ਜਿਹੜੀ ਇਹ ਸਾਨੂੰ ਇੱਕ ਖਜ਼ਾਨਾ ਦਾ ਉਸ ਹਿੱਸਾ ਜਿਹੜਾ ਤੁਸੀਂ ਸਾਨੂੰ ਬਖਸ਼ਿਆ, ਤੇ ਅਸੀਂ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਔਰ ਆਸ ਹੈ ਫਿਰ ਤੁਹਾਡੇ ਨਾਲ ਬੈਠ ਕੇ, ਅਜੇ ਤੇ ਅਸੀਂ ਸਿਰਫ ਉਹਨਾਂ ਨੂੰ ਸਬਜੈਕਟਸ ਨੂੰ ਤਤਕਰਾ ਹੀ ਦੇਖ ਸਕੇ ਹਾਂ, ਫਿਰ ਕਿਸੇ ਵੇਲੇ ਉਹਦੀ ਵਿਆਖਿਆ ਜ਼ਰੂਰ ਤੁਹਾਨੂੰ ਤਕਲੀਫ ਦੇਵਾਂਗੇ। ਜਿਵੇਂ ਕਰਤਾਰ ਦਾ ਹੁਕਮ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।